ਅੰਮ੍ਰਿਤ ਬਚਨ ਦੇ ਪਹਿਲਾ ਅੱਖਰੀ ਅਰਥ ਕਿ ਆਪਾਂ ਅੱਜ ਸ਼ਲੋਕਾਂ ਦੇ ਜੋ ਵਿਚਾਰ ਕਰਨੀ ਹੈ ਇਸ ਦੇ ਅਰਥ ਕੀ ਨੇ। ਗੁਰੂ ਪੰਚਮ ਪਾਤਸ਼ਾਹ ਜੀ ਨੇ ਪਹਿਲਾ ਸ਼ਬਦ ਵਰਤਿਆ ਮ੍ਰਿਗ ਤਿਸਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ। ਆਖਰੀ ਅਰਥ ਅਸੀਂ ਇੱਕ ਸ਼ਬਦ ਵਰਤਨੇ ਆ ਮਿਰਗ। ਇੱਥੇ ਦਾਤਾਰ ਜੀ ਨੇ ਸ਼ਬਦ ਵਰਤਿਆ ਮ੍ਰਿਗ, ਅਰਥ ਉਹੀ ਨੇ। ਇਸ ਨੂੰ ਹਿਰਨ ਕਹਿ ਲੋ, ਮਿਰਗ ਕਹਿ ਲੋ। ਇਸ ਦਾ ਭਾਵ ਇਹ ਵੇ ਕਿ ਮ੍ਰਿਗ ਦੀ ਇੱਕ ਤ੍ਰਿਸ਼ਨਾ ਹੈ ਜਿਸ ਦੀ ਪੂਰਤੀ ਅੱਜ ਤੱਕ ਕਦੇ ਨਹੀਂ ਹੋਈ। ਅੱਗੇ ਦਾ ਵਿਸਤਾਰ ਕਰਨੇ। ਮਿਰਗ ਆਪਣੇ ਅੰਦਰ ਦੀ ਪਿਆਸ ਬੁਝਾਉਣ ਦੇ ਲਈ ਮਾਰੂਥਲ ਨੂੰ ਪਾਣੀ ਸਮਝ ਕੇ ਸਾਰਾ ਦਿਨ ਉਹਦੇ ਪਿੱਛੇ ਦੌੜਦਾ ਹੈ। ਪਰ ਸੱਚ ਇਹ ਵੇ ਕਿ ਸਾਰਾ ਦਿਨ ਜਿਹਨੂੰ ਪਾਣੀ ਸਮਝ ਕੇ ਦੌੜਿਆ ਇੱਕ ਬੂੰਦ ਵੀ ਨਸੀਬ ਨਹੀਂ ਹੁੰਦੀ। ਰਾਤ ਤੱਕ ਦੌੜਨ ਭੱਜਣ ਕਰਕੇ ਪਿਆਸ ਨਾਲ ਉਹਦੀ ਮੌਤ ਹੋ ਜਾਂਦੀ ਹੈ। ਇਹਨੂੰ ਮ੍ਰਿਗ ਤਿਸ਼ਨਾ ਸ਼ਬਦ ਦਿੱਤਾ ਹੈ। ਦੂਸਰਾ ਬਚਨ ਪੇਖ ਭੁੱਲਣੇ, ਇਹ ਵੀ ਮਿਰਗ ਨਾਲ ਸੰਬੰਧਿਤ ਹੈ। ਪੇਖ ਦਾ ਲਫ਼ਜ਼ੀ ਅਰਥ ਹੈ ਦੇਖਣਾ ਤੇ ਭੁੱਲਣੇ ਦਾ ਅਰਥ ਹੈ ਕਿ ਭੁੱਲ ਜਾਣਾ। ਕਿ ਮ੍ਰਿਗ ਤ੍ਰਿਸ਼ਨਾ ਹੈ ਕਿ ਜਿਸ ਚੀਜ਼ ਨੂੰ ਵੇਖ ਰਹੇ ਹਾਂ ਉਹਦੇ ਬਾਰੇ ਭੁੱਲ ਗਏ ਹਾਂ ਵੀ ਇਹਦੀ ਅਸਲੀਅਤ ਕੁਝ ਹੋਰ ਹੈ। ਵੁੱਠੇ ਦਾ ਲਫ਼ਜ਼ੀ ਅਰਥ ਹੈ ਵਸਣਾ। ਨਗਰ ਗੰਧਰਵ, ਇਸ ਨੂੰ ਗੰਧਰਵਾ ਨਗਰੀ ਵੀ ਕਹਿੰਦੇ ਨੇ। ਗੁਰਬਾਣੀ ਵਿੱਚ ਇਹਦੇ ਲਈ ਇੱਕ ਸ਼ਬਦ ਵਰਤਿਆ ਹਰ ਚੰਦੌਰੀ। ਗੰਧਰਵ ਨਗਰੀ ਵੀ, ਹਰ ਚੰਦੌਰੀ ਵੀ। ਇੱਕ ਸ਼ਬਦ ਹੋਰ ਵਰਤਿਆ ਹਰ ਚੰਦੌਰੜੀ, ਪਰ ਇਹਨੂੰ ਹਰੀ ਚੰਦ ਦੀ ਨਗਰੀ ਕਹਿੰਦੇ ਨੇ। ਇਹਦੇ ਪਿੱਛੇ ਵੀ ਇੱਕ ਘਟਨਾ ਹੈ ਕਿ ਹਰੀ ਚੰਦ ਨਗਰ ਜਿਹੜਾ ਦਾਨੀ ਸੀ ਉਹ ਆਪਣੇ ਨਗਰੀ ਸਮੇਤ ਸਵਰਗ ਨੂੰ ਗਿਆ। ਗਲਤੀ ਕੀਤੀ, ਵਾਪਸ ਛੱਡ ਦਿੱਤਾ ਗਿਆ ਤੇ ਉਹਦੇ ਬਾਰੇ ਕਿਹਾ ਜਾਂਦਾ ਉਹਦਾ ਨਗਰ ਅਜੇ ਆਕਾਸ਼ ਵਿੱਚ ਹੈ। ਇਹਦੇ ਸਿੱਧੇ ਜਿਹੇ ਅਰਥ ਕਰ ਲਓ ਕਿ ਹਵਾਈ ਕਿਲਾ ਦੇਖਣ ਨੂੰ ਲੱਗਦਾ ਕਿ ਜਿਵੇਂ ਘਰ ਬਣੇ ਪਏ ਨੇ, ਪਰ ਉਂਝ ਕੋਲ ਜਾਓ ਤੇ ਰਹਿਣ ਵਾਸਤੇ ਕੁਝ ਵੀ ਨਹੀਂ। ਜਿਵੇਂ ਆਪਾਂ ਬੱਦਲ ਦੇਖਨੇ, ਕਈ ਵਾਰੀ ਆਪਣੇ ਮਾਨਸਿਕ ਤੌਰ ਤੇ ਤੁਸੀਂ ਕਈ ਤਸਵੀਰਾਂ ਬੱਦਲਾਂ ਵਿੱਚੋਂ ਬਣਾ ਦਿੰਦੇ ਹੋ। ਇੰਝ ਲੱਗਦਾ ਬੱਦਲ ਦਾ ਹਾਥੀ ਬਣਿਆ, ਬੱਦਲ ਦਾ ਘਰ ਬਣਿਆ ਪਿਆ। ਜਦੋਂ ਆਪਾਂ ਆਕਾਸ਼ ਵਿੱਚ ਸਫ਼ਰ ਕਰਨੇ ਆ, ਅੱਖਾਂ ਨੂੰ ਦੂਰੋਂ ਦਿਸਦਾ ਪਿਆ ਪਤਾ ਨਹੀਂ ਜਿਵੇਂ ਬਰਫ਼ ਦਾ ਪਹਾੜ ਤੁਰਿਆ ਹੁੰਦਾ ਹੈ, ਪਰ ਜਦੋਂ ਜਹਾਜ਼ ਉਹਦੇ ਵਿੱਚੋਂ ਨਿਕਲਦਾ ਹੈ ਤੇ ਜੋ ਕੁਝ ਦਿਸਦਾ ਹੈ ਉਹ ਅਸਲੀਅਤ ਵਿੱਚ ਨਹੀਂ ਹੁੰਦਾ। ਇਹਨੂੰ ਕਿਹਾ ਜਾਂਦਾ ਹੈ ਹਵਾਈ ਕਿਲਾ, ਜਿਹਨੂੰ ਕਹਿੰਦੇ। ਮਹਾਰਾਜ ਕੀ ਬਚਨ ਕਰ ਰਿਹਾ? ਮ੍ਰਿਗ ਤਿਸ਼ਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ। ਮ੍ਰਿਗ ਦੀ ਪਿਆਸ ਕਦੀ ਨਹੀਂ ਗਈ ਚਮਕਦੀ ਰੇਤ ਵਿੱਚੋਂ, ਤੇ ਅੱਜ ਤੀਕਰਾ ਕੋਈ ਗੰਧਰਵਾ ਨਦੀ ਦੇ ਨਗਰੀ ਵਿੱਚ ਰਾਤ ਰਹਿ ਕੇ ਆਇਆ? ਕਦੀ ਨਹੀਂ ਕੋਈ ਵਸਿਆ ਉੱਥੇ। ਮਹਾਰਾਜ ਕਹਿੰਦੇ ਨੇ ਹਕੀਕਤ ਇਹ ਵੇ ਜਿਵੇਂ ਮ੍ਰਿਗ ਦੀ ਤ੍ਰਿਸ਼ਨਾ ਕਦੀ ਪੂਰਤੀ ਨਹੀਂ ਤੇ ਖਰੀ ਚੰਦ ਦੀ ਨਗਰੀ 'ਚ ਕਦੀ ਕੋਈ ਰਾਤ ਨਹੀਂ ਰਿਹਾ। ਐ ਮੇਰੇ ਮਨਾ, ਬਸ ਜੋ ਕੁਝ ਤੂੰ ਸੰਸਾਰ ਵਿੱਚ ਵੇਖਣਾ ਹੈ, ਜਿੰਨਾ ਮਰਜੀ ਕਮਾ ਲੈ, ਜਿੰਨਾ ਮਰਜੀ ਭਰੋਸਾ ਕਰ ਲੈ, ਇਹਦੇ ਵਿੱਚੋਂ ਵੀ ਅਸਲੀਅਤ ਕੁਛ ਨਹੀਂ। ਨਾ ਇੱਥੇ ਟਿਕੇ ਰਹਿਣਾ ਤੇ ਨਾ ਇਹਨਾਂ ਪਦਾਰਥਾਂ ਨੇ ਤੇਰੀ ਭੁੱਖ ਦੂਰ ਕਰਨੀ ਹੈ। ਇਸ ਤੋਂ ਅਗਲਾ ਬਚਨ ਜਿੰਨੀ, ਬਹੁਵਚਨ ਜਿਨ੍ਹਾਂ ਨੇ ਸੱਚ ਆਰਾਧਿਆ, ਜਿਨ੍ਹਾਂ ਨੇ ਸੱਚ ਨਾਮ ਦਾ ਸਿਮਰਨ ਦੀ ਆਰਾਧਨਾ ਕੀਤੀ। ਨਾਨਕ ਮਨ ਤਨ ਫੱਬ, ਫਿਰ ਬੇਨਤੀ ਮਨ ਕਰਕੇ ਤਨ ਕਰਕੇ। ਇੱਕ ਸ਼ਬਦ ਅਸੀਂ ਵਰਤਨੇ ਆ, ਇਹ ਕੱਪੜਾ ਤੈਨੂੰ ਬੜਾ ਸੋਹਣਾ ਫੱਬਦਾ ਹੈ, ਉਹ ਆਹ ਸ਼ਬਦ ਹੈ। ਇਹਦਾ ਅਰਥ ਹੈ ਸ਼ੋਭਾ, ਸੁੰਦਰਤਾ, ਚੰਗਾ ਲੱਗਣਾ। ਮਹਾਰਾਜ ਕਹਿੰਦੇ ਨੇ ਅੱਜ ਤੱਕ ਪਦਾਰਥਾਂ ਨਾਲ ਕਿਸੇ ਨੂੰ ਮੰਜ਼ਿਲ ਨਹੀਂ ਮਿਲੀ, ਪਰ ਜਿਨ੍ਹਾਂ ਨੇ ਸੱਚ ਨੂੰ ਆਰਾਧਿਆ ਉਹਨਾਂ ਨੂੰ ਪਦਾਰਥ ਦੀ ਥਾਂ ਤੇ ਪਰਮਾਰਥ ਮਿਲ ਗਿਆ
ਜਿਨ੍ਹਾਂ ਨੂੰ ਪਰਮਾਰਥ ਮਿਲ ਗਿਆ। ਸੱਚ ਇਹ ਉਹਦਾ ਮਨ ਵੀ ਸ਼ੋਭਾ ਵਾਲਾ ਤੇ ਤਨ ਵੀ ਸੋਹਣਾ ਬਣ ਗਿਆ। ਇਸ ਤੋਂ ਅਗਲਾ ਬਚਨ ਹੈ ਪਤਿਤ। ਪਤਿਤ ਦਾ ਅਸੀਂ ਅੱਗੇ ਵਿਆਖਿਆ ਕਰਾਂਗੇ। ਇੱਕ ਹੈ ਹਿੰਦੁਸਤਾਨ ਦੀ ਕਾਣੀ ਵੰਡ ਨੇ ਸ਼ਬਦ ਵਰਤਾ ਸਦੀਆਂ ਪਹਿਲਾਂ। ਕੁਛ ਲੋਕ ਨੇ ਐਸੀ ਕਮਿਊਨਿਟੀ ਜਿਹਨੂੰ ਪਤਿਤ ਪੁਣੇ ਦਾ ਹੀ ਆਪਣੇ ਵੱਲੋਂ ਸਰਟੀਫਿਕੇਟ ਦੇ ਦਿੱਤਾ, ਜਿਨ੍ਹਾਂ ਨੂੰ ਸ਼ੂਦਰ ਕਿਹਾ। ਇਹ ਦੋ ਪੱਖ ਬਾਣੀ ਚ ਆਉਣਗੇ। ਪਤਿਤ ਦੋ ਤਰ੍ਹਾਂ ਦਾ ਜ਼ਿਕਰ ਕਰਦੇ ਨੇ ਮਹਾਰਾਜ ਬਾਣੀ 'ਚ। ਇੱਕ ਉਹ ਜਿਨ੍ਹਾਂ ਨੂੰ ਉੱਚ ਜਾਤੀ ਵਾਲਿਆਂ ਕਿਹਾ ਇਹ ਪਤਿਤ ਜਾਤੀ ਵਿੱਚੋਂ ਹੈ, ਤੇ ਦੂਸਰਾ ਉਹ ਜਿਹੜਾ ਕਰਮ ਕਰਕੇ ਪਤਿਤ ਹੋ ਗਿਆ ਹੈ। ਪਤਿਤ ਦਾ ਅਰਥ ਗਿਰਿਆ ਹੋਇਆ, ਡਿੱਗਿਆ ਹੋਇਆ, ਇਖਲਾਕ ਤੋਂ ਡਿੱਗ ਜਾਏ। ਮਹਾਰਾਜ ਕਹਿੰਦੇ ਨੇ ਪਤਿਤ ਉਦਾਹਰਨ, ਇਹਦਾ ਅਰਥ ਕਿ ਪਾਪੀਆਂ ਦਾ ਉਧਾਰ ਕਰਤਾ ਹੈ, ਪਾਪੀਆਂ ਨੂੰ ਬਖਸ਼ਣ ਵਾਲਾ ਹੈ। ਕੌਣ ਜੀ? ਪਾਰ ਬ੍ਰਹਮ, ਉਹ ਪ੍ਰਭੂ ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਪਾਰ ਬ੍ਰਹਮ, ਸਮਰੱਥ ਪੁਰਖ। ਬਹੁਤ ਪਿਆਰਾ ਜੀ ਮਹਾਰਾਜ ਨੇ ਇੱਕ ਹੋਰ ਕੋਸ਼ ਸ਼ਬਦ ਦਿੱਤਾ। ਅਸੀਂ ਕਰਤਾ ਪੁਰਖ ਪੜ੍ਹਨੇ ਆ, ਅਕਾਲ ਪੁਰਖ ਪੜ੍ਹਨੇ ਆ। ਅੱਜ ਮਹਾਰਾਜ ਨੇ ਰੱਬ ਲਈ ਇੱਕ ਸ਼ਬਦ ਵਰਤਿਆ ਸਮਰੱਥ ਪੁਰਖ। ਇਹਦਾ ਮਤਲਬ ਜਿਹਨੂੰ ਕਰਤਾ ਪੁਰਖ ਕਹਿੰਦੇ ਆ, ਅਕਾਲ ਪੁਰਖ ਕਹਿੰਦੇ ਆ, ਉਹਦੇ ਲਈ ਸ਼ਬਦ ਵਰਤਿਆ ਪਰਮਾਤਮਾ। ਸਮਰੱਥ ਪੁਰਖ ਦਾ ਅਰਥ ਹੈ ਜਿਹੜਾ ਹਰ ਕੁਝ ਕਰਨ ਦੇ ਸਮਰੱਥ ਹੈ, ਜੋ ਕੁਝ ਕਰਨਾ ਚਾਹੇ ਪਰਮਾਤਮਾ ਕਰ ਸਕਦਾ। ਸਮਰੱਥ ਪੁਰਖ। ਅਪਾਰ, ਅਪਾਰ ਦਾ ਲਫ਼ਜ਼ੀ ਅਰਥ ਹੈ ਜਿਹਦਾ ਪਾਰ ਬੰਨਾ ਨਹੀਂ ਪਾਇਆ। ਤੇ ਨਾਲ ਮਹਾਰਾਜ ਕਹਿੰਦੇ ਆ ਭਾਵੇਂ ਕੋਈ ਪਤਿਤ ਹੋਵੇ, ਭਾਵੇਂ ਕੋਈ ਨੀਚ ਕਰਮੀ ਹੋਵੇ, ਜਿਸੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ। ਉਹਦੀ ਪਾਰ ਕਰਨ ਦੀ ਨਿਸ਼ਾਨੀ ਇਹ ਹੈ, ਉਧਾਰ ਕਰਨ ਦੀ ਨਿਸ਼ਾਨੀ ਇਹ ਵੇ ਕਿ ਜਿਸ ਦਾ ਉਹ ਉਧਾਰ ਕਰ ਦੇਵੇ, ਸਭ ਤੋਂ ਵੱਡੀ ਬਖਸ਼ਿਸ਼ ਉਹ ਮਾੜੇ ਕਰਮ ਕਰਨ ਵਾਲਾ ਵੀ ਬੰਦਗੀ ਕਰਨ ਲੱਗ ਪੈਂਦਾ ਹੈ। ਇਹ ਉਹਦੀ ਨਿਸ਼ਾਨੀ ਹੈ। ਇਹ ਨਹੀਂ ਜੀ ਦੋ ਸ਼ਲੋਕ ਜਿਨ੍ਹਾਂ ਦੇ ਆਪਾਂ ਅੱਖਰੀ ਅਰਥ ਪਹਿਲਾਂ ਰੋਜ਼ ਕਰ ਰਹੇ ਨੇ। ਉਸ ਤੋਂ ਅੱਗੇ ਵਿਚਾਰ ਹੈ। ਮਹਾਰਾਜ ਨੇ ਸ਼ਬਦ ਵਰਤਿਆ ਮ੍ਰਿਗ ਤਿਸ਼ਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ। ਅਰਜ਼ ਮੈਂ ਆਪ ਜੀ ਨੂੰ ਕੀਤੀ ਕਿ ਜਦੋਂ ਰੇਤ ਚਮਕਦੀ ਹੈ, ਇਕੱਲਾ ਮਿਰਗ ਨਹੀਂ। ਆਪ ਜੀ ਦੇਖੋ ਕਈ ਵਾਰੀ ਸਾਡੀਆਂ ਅੱਖਾਂ ਨੂੰ ਵੀ ਭੁਲੇਖਾ ਪੈਂਦਾ ਹੈ। ਜਿਸ ਵਕਤ ਜ਼ਮੀਨ ਉੱਤੇ ਸੂਰਜ ਦੀ ਕਿਰਨ ਪੈਂਦੀ ਹੈ, ਆਪਾਂ ਸੜਕ ਤੇ ਰੋਡ ਤੇ ਚੱਲਦੇ ਹੋਈਏ ਤੇ ਦੂਰੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸਾਡੇ ਵਾਲੇ ਪਾਸੇ ਪਾਣੀ ਦੀਆਂ ਲਹਿਰਾਂ ਪਈਆਂ ਹੁੰਦੀਆਂ ਨੇ। ਦੂਰੋਂ ਲੱਗਦਾ ਪਾਣੀ ਚਮਕ ਰਿਹਾ ਹੈ। ਤੇ ਜੇ ਬੰਦਾ ਉਸ ਦਿਸਦੇ ਹੋਏ ਤੇ ਇਹ ਭਰੋਸਾ ਕਰੇ ਕਿ ਮੇਰੇ ਨੇੜੇ ਪਾਣੀ ਆ ਗਿਆ, ਮੈਂ ਉਹਨੂੰ ਪਾਣੀ ਨੂੰ ਪੀ ਲੈਣਾ, ਮੇਰੀ ਪਿਆਸ ਚਲੀ ਜਾਏਗੀ, ਸੱਚ ਇਹ ਵੇ ਮੈਂ ਇਸ਼ਨਾਨ ਕਰ ਲਾਂਗਾ। ਗੁਰਮੁਖੋ, ਜਿੰਨਾ ਜਿੰਨਾ ਚਲੀ ਜਾਓਗੇ ਓਨੀ ਡਿਸਟੈਂਸ ਤੇ ਓਨੀ ਦੂਰੀ ਤੇ ਪਾਣੀ ਦੂਰ ਦੂਰ ਹੋਈ ਜਾਏਗਾ। ਪਰ ਦਰਅਸਲ ਉਹ ਪਾਣੀ ਹੈ ਨਹੀਂ। ਜ਼ਮੀਨ ਦੇ ਉੱਪਰ ਸੂਰਜ ਦੀ ਕਿਰਨ ਪੈਂਦੀ ਹੈ ਤੇ ਸੜਕ ਚੋਂ ਜਿਹੜੀ ਅੱਗ ਨਿਕਲਦੀ ਹੈ, ਉਸ ਅੱਗ ਨੂੰ ਕਹਿ ਲਓ ਗਰਮੀ ਨੂੰ ਆਪਾਂ ਪਾਣੀ ਦੀ ਲਹਿਰ ਸਮਝਦੇ ਹਾਂ। ਪਰ ਮਹਾਰਾਜ ਕਹਿੰਦੇ ਨੇ ਸਿਰਫ ਅੱਖਾਂ ਨੂੰ ਭੁਲੇਖਾ ਪੈ ਗਿਆ, ਹਕੀਕਤ ਵਿੱਚ ਪਾਣੀ ਦੀ ਬੂੰਦ ਵੀ ਨਹੀਂ। ਜੋ ਕੋਈ ਦਿਸਦਾ ਉਹ ਅਸਲੀਅਤ 'ਚ ਹੈ ਨਹੀਂ। ਪਰ ਮਿਰਗ ਜਿਹੜਾ ਹੈ, ਇਹ ਵਿਚਾਰਾ ਜਿਸ ਦਿਨ ਦਾ ਰੱਬ ਨੇ ਪੈਦਾ ਕੀਤਾ, ਇਹ ਦੋ ਥਾਵਾਂ ਤੇ ਬੜਾ ਭਟਕਦਾ ਹੈ ਗੁਰਬਾਣੀ ਅਨੁਸਾਰ। ਉਂਝ ਵੈਸੇ ਮਹਾਰਾਜ ਜੀ ਨੇ ਨਾ ਜੀ ਜਿਹੜਾ ਇਨਸਾਨ ਹੈ ਉਹਦੇ ਲਈ ਵੀ ਇੱਕ ਸ਼ਬਦ ਵਰਤਿਆ। ਇੱਕ ਪਾਠ ਤੁਸੀਂ ਪੜ੍ਹਦੇ ਹੋ, ਸੁਣ ਮੁੰਦੇ ਹਰਨ ਆਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸ ਸੰਝਾਨ ਕਹਿ ਤਾਂ ਕੀਚੈ ਵਾਪਾਰ। ਉੱਥੇ ਸ਼ਬਦ ਮਹਾਰਾਜ ਨੇ ਇੱਕ ਵਰਤਿਆ ਹਰਨ ਆਖੀਏ। ਇਹ ਸ਼ਬਦ ਬਣਿਆ ਹਰਨ ਦੀਆਂ ਅੱਖਾਂ ਵਾਲੀ। ਹਰਨ ਆਖੀ ਇਹ ਬਣੇਗਾ। ਹਰਨ ਦਾ ਅਰਥ ਮਿਰਗ, ਆਖੀ ਦਾ ਅਰਥ ਹੈ ਅੱਖਾਂ। ਮਿਰਗ ਦੀਆਂ ਅੱਖਾਂ ਵਾਲੀਏ, ਇਹਦਾ ਮਤਲਬ ਹੈ ਜੀਵ ਇਸਤਰੀਓ ਸਿਆਣੇ ਬੰਦਿਆ, ਜਿਵੇਂ ਮਿਰਗ ਦੀਆਂ ਅੱਖਾਂ ਇੰਨੀਆਂ ਸੋਹਣੀਆਂ ਨੇ। ਤੇ ਅੱਜ ਤੱਕ ਜਦੋਂ ਬੰਦੇ ਨੇ, ਮੈਂ ਕਈ ਵਾਰੀ ਸੋਚਣਾ, ਭਾਵੇਂ 84 ਲੱਖ ਜੂਨਾਂ ਸੀ ਟੇਢੀਆਂ ਮੇਢੀਆਂ ਕਹਿੰਦੇ ਆ, ਕਈ ਵਾਰੀ ਬੰਦੇ ਦੀ ਸੁੰਦਰਤਾ ਦੀ ਵੀ ਤੁਲਨਾ ਅਸੀਂ ਟੇਢੀਆਂ ਮੇਢੀਆਂ ਜੂਨੀਆਂ ਨਾਲ ਕਰਨੇ ਆ। ਕਦੀ ਬੰਦਾ ਤੁਰਦਾ ਹੋਵੇ ਨਾ, ਅਸੀਂ ਕਹਿੰਦੇ ਹਾਂ ਇਸ ਤਰ੍ਹਾਂ ਤੁਰਦਾ ਪਿਆ ਜਿਵੇਂ ਮੋਰ ਪਹਿਲਾਂ ਪਾਉਂਦਾ ਹੈ ਤਾਂ ਬੰਦਾ, ਪਰ ਉਸ ਜੂਨ ਦਾ ਵੀ ਇੱਕ ਗੁਣ ਲੈ ਲੈਂਦੇ ਆ ਜਿਵੇਂ ਮੋਰ ਪਹਿਲਾਂ ਪਾਉਂਦਾ ਹੈ। ਮਹਾਰਾਜ ਨੇ ਬਾਣੀ 'ਚ ਇੱਕ ਸ਼ਬਦ ਵਰਤਿਆ ਜੀ। ਉਹ ਮਹਾਰਾਜ ਕਹਿੰਦੇ ਆ ਪਰਮਾਤਮਾ
तेरे पैरां दी चाल इस तरह है जिवें हाथी मस्त चाल चलदा है, तेरी चाल तां सच्ची मुच्ची हाथी दी चाल नूं मात पा दिंदी है। सारंग ज्यों पग धरै ठिम ठिम, गुरु नानक साहब दे शब्द ने। है जानवर हाथी, पर तुलना कित्थे कीती जा रही है। इसे तरह मैं बेनती करा, जदों कोई बड़ी मिठी आवाज़ च बोलदा है ते साडे लोग ਉਹਦੇ ਲਈ ਕੋਈ ਉਦਾਹਰਨ ਲੱਭਦੇ ਆ। ਅਸੀਂ ਕਈ ਵਾਰੀ ਕਹਿੰਦੇ ਆ ਇਹਦਾ ਗਲਾ ਇਸ ਤਰ੍ਹਾਂ ਜਿਵੇਂ ਕੋਇਲ ਬੋਲਦੀ ਹੈ। ਕੋਇਲ ਇੱਕ ਪੰਛੀ ਹੈ, ਪਰ ਬੰਦੇ ਦੇ ਗਲੇ ਦੀ ਤਰਜਮਾਨੀ ਕਰਨ ਲਈ, ਵਿਆਖਿਆ ਕਰਨ ਲਈ ਅਸੀਂ ਕੋਇਲ ਦੀ ਆਵਾਜ਼ ਨਾਲ ਤੁਲਨਾ ਦੇ ਦਿੰਦੇ ਆ। ਮੈਂ ਬੇਨਤੀ ਕਰਾਂਗਾ ਜੀ, ਇੱਥੇ ਵੀ ਖਰਨਾਕੀ ਸ਼ਬਦ ਜਿਹੜਾ ਵਰਤਿਆ ਹੈ, ਇੱਥੇ ਮਹਾਰਾਜ ਨੇ ਉਦਾਹਰਨ ਮਿਰਗ ਦੀ ਲਈ ਹੈ, ਪਰ ਸਮਝਾਇਆ ਇਨਸਾਨ ਨੂੰ ਹੈ। ਹਰਨਾਕੀ ਭਾਵੇਂ ਇਸਤਰੀ ਲਿੰਗ 'ਚ ਹੈ। ਸੁਣ ਮੁੰਦੇ हरनाखिए गूढ़ा वैन अपार, पहला वस्त सियान कह तां कीचै व्यापार। के भलिया तू अपने ज्ञान नूं, अपनी बोधक नॉलेज नूं सब कुछ मत समझी। इत्थे जिदियां अखां नूं औरत दियां अखां नाल तुलना दे के मृग नैनी कहने आ। मृग नैनी इत्थां तां सुंदर अखां वाले भी अखां दे भुलेखे च मारे गए। वो सियाणप दियां अखां वालिया किते मिर्ग की तरह मारिया ना जाई, जो कोई तू सोची फिरना असलीयत कुछ होर निकलनी है। यदा भाव अर्थ ये वे, सुन मुंदे खरनाखिए गूढ़ा वैन अपार, पहला वस संजान कै तां कीचै व्यापार। ये मैं एक होर बिंद, एक तो भुलदा है पानी करके मिर्ग, क्योंकि बाहरों चमक रहा है। इनू दो अर्थां च मैं लैन लगा, इस करके नहीं भी दुविधा क्रिएट कर ली। एक भुलदा है पानी जो दिस रहा वो पानी है नहीं, चमकदी रेत है। दूजा इस नूं सब तो वड्डी भुल पैंदी है, कस्तूरे मिर्ग विचों सुमिल सुगंधी आउंदी है, ये बेचारा भुल के झाड़ियां विच नक मारी जाता है, उत्थे भी भुलदा है। ये सचमुच उत्थे भी इनू एक भुख रहिंदी। मैनूं शायद मिले तो मैं आप जी नूं एक दिन अर्ज कीती सी, मिर्ग बड़े ने पर सारे मिर्ग कस्तूरे नहीं हुंदे। हर एक मिर्ग की नाभि च कस्तूरिया नहीं। तकरीबन कहते नेपाल के इलाके वाल उधर एक कस्तूरे मिर्ग काफ़ी मिलते आ। इस मिर्ग की निशानी है कस्तूरे की। शायद आप जिन्होंने एक बार अर्ज की सी, ये भी पता है कई जानवर ऐसे ने जिन्होंने कायनात भी जो कुछ वापरन वाला है पहले ही पता लग जाता है। इस तरह ना जी, अज निक्के होंदे कीड़ियां तलनियां, मूँह चांडे पकड़े कहते सन कीड़ियां तुर पईयां ने मीह पैना है। उन्होंने कोल किहड़ा मौसम विज्ञान सी जी, पर रब ने एक सोझी उन्होंने दिती। जदों अर्थक्वेक आउंदा है, सच एवे मिर्ग जंगल भी दौड़ना शुरू करे, भटकन लग पवे, तो सच एवे कि धरती के अंदर कुछ होने वाला है। रब ने उन्हें सोझी दिती है। उंज कस्तूरा मिर्ग एक है, उसकी निशानी की किवें पछाणिया जाता है। पहली गल, कस्तूरा मिर्ग अपना मूँह कदी उच्चा करके नहीं चलता। पहली निशानी वो हमेशा अपनी गर्दन झुका के चलेगा। सचमुच गुरमुख की जदों तुलना करते हैं रूहानियत की, मिर्ग हमेशा कस्तूरा उच्चा नहीं मुँह करता, क्योंकि वो अंदरों समैल आउंदी है कस्तूरी दी, तो वह तां अपनी गर्दन नीवी करता है, झाड़ियां चों सुंघदा है कि शायद समैल इहदे विच आउंदी होवे। दूजी गल, वो दूजे खरना की तरह चंचलताई विच चुंगियां नहीं मारता। चुंगियां आपां समझदे नहीं, कुददा नहीं। वो हरन जिवें गंभीर हो जाता है। तीसरा उहदा लक्षण है जी, वो कदी डार विच नहीं चलदा हुंदा। कस्तूरा मिर्ग दीयां डारां नहीं हुंदियां, वो इकल्ला रह जाता है। सचमुच वो गर्दन नीवी कर लैंदा है। हकीकत ये वे, वो चंचलता ही छड्ड दिंदा है। जे इहनूं तुसीं रूहानियत नाल इहदा गुणां दा अर्थ करो, सचमुच जिहदे अंदर दातार दी किरपा वरदी है, वो लोगों नूं झाकण दी थां ते अपने अंदर झाकना शुरू कर दिंदा है। पहली निशानी उहदी है, जिन्हों बाबा जी ने कहा कि नीचे लोयन कर रखूं, ले साजन घट माहे, सब रस खेलूं पी सो किसूं लिखाऊं ना है। दूजी गल, सचमुच लोगों के काफले चलते आ, भीड़ा हुंदियां ने, पर बाबा जी ने एक बचन कहा, भगतां तै संसारियां जोड़ के देना। वो डारां च नहीं फिर चलते, उन्हां दा तालमेल बैठ नहीं सकता। भगतां तै संसारियां जोड़ कदे ना आया। बेनती करा, कई बारी वो अकला रह जाता है। इसे अकल नूं गुरु ने कहा, जग में उत्तम काढ़ियां भीड़ां बहुत मिलणगियां,
ਬੰਦਗੀ ਵਾਲਾ ਟਾਵਾਂ ਟਾਵਾਂ ਕਿਤੇ ਹੈ, ਪਰ ਕਾਲ ਨਹੀਂ ਪਿਆ ਹੈ ਜ਼ਰੂਰ। ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ। ਤੀਸਰੀ ਗੱਲ ਮੈਂ ਕਹੀ, ਉਹ ਚੰਚਲਤਾ ਹੀ ਛੱਡ ਦਿੰਦਾ ਹੈ। ਜਿਸ ਅੰਦਰ ਪਰਮਾਤਮਾ ਦੀ ਕਿਰਪਾ ਹੁੰਦੀ ਏ, ਕਦੀ ਉਹ ਨਾ ਤਾਂ ਖਿੜਖੜਾ, ਹੁਣ ਇਹਦਾ ਮਤਲਬ ਨਹੀਂ ਉਹ ਇਹ ਉਦਾਸ ਹੋ ਗਿਆ, ਉਸ ਅੰਦਰ ਇੰਨੀ ਕੁ ਗੰਭੀਰਤਾ ਆ ਜਾਂਦੀ ਏ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ। ਉਹ ਇੰਨਾ ਸੰਜੀਦਾ ਹੋ ਜਾਂਦਾ ਹੈ, ਨਾ ਉਹ ਦੁਨੀਆ ਦੀ ਤਰ੍ਹਾਂ ਉੱਚੀ ਉੱਚੀ ਕਲਪਦਾ ਮੈਂ ਮਰ ਗਿਆ ਤੇ ਸੱਚੀ ਮੁੱਚੀ ਖੁਸ਼ੀ ਲੈ ਕੇ ਉਹ ਭੰਗੜੇ ਵੀ ਨਹੀਂ ਮੰਨਦਾ, ਉਹ ਬਿਲਕੁਲ ਟਿਕਿਆ ਰਹਿੰਦਾ। ਪਰ ਮੈਂ ਆਪਣੇ ਵਿਸ਼ੇ ਤੇ ਆਵਾਂ। ਮ੍ਰਿਗ ਤ੍ਰਿਸ਼ਨਾ ਹੈ ਕਿ ਅੱਖਾਂ ਨੂੰ ਭੁਲੇਖਾ ਪੈ ਗਿਆ, ਚਮਕਦੀ ਰੇਤ ਪਾਣੀ ਹੈ। ਇਸ ਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਦਿੱਤਾ ਹੈ, ਭਰਮ। ਇਹ ਭਰਮ ਦੀ ਵਿਆਖਿਆ ਵੀ ਕਰਦਾ ਇਸ ਲੋਕ। ਮਹਾਰਾਜ ਇੱਕ ਬਚਨ ਕਹਿੰਦੇ ਆ ਕਿ ਭਰਮ ਕੀ ਹੈ। ਉਂਝ ਵੇਦਾਂਤ ਮੁਤਾਬਕ ਭਰਮ ਕਈ ਤਰ੍ਹਾਂ ਦੇ ਨੇ, ਤੇ ਮੈਂ ਸੁਬਾਹ ਵੀ ਇੱਕ ਅਰਜ਼ ਕੀਤੀ ਸੀ ਅੱਜ ਅੰਮ੍ਰਿਤ ਪ੍ਰਕਾਸ਼, ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਕਿਸੇ ਵੀ ਪ੍ਰਕਰਨ ਨੂੰ ਤੁਸੀਂ ਪੜ੍ਹਨਾ ਤੇ ਕਈ ਅੰਗ ਉਹਦੀ ਗੱਲ ਕਰਨਗੇ, ਤੇ ਜੇ 100 ਅੰਗਾਂ ਦੀ ਗੱਲ ਪੁੱਛਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਇੱਕ ਤੁਕ ਵਿੱਚ ਹੀ ਸਾਰੀ ਗੱਲ ਕਰ ਜਾਏਗਾ। ਇਹ ਆਪ ਪਾਠ ਕਰਨ ਨੂੰ ਪਤਾ ਹੈ। ਜੇ ਤੁਸੀਂ ਮੰਨ ਲਓ ਕੋਈ ਡਿਟੇਲ 'ਚ ਜਾਣਾ ਹੈ ਤੇ ਜਿੰਨੇ ਮਰਜ਼ੀ ਪ੍ਰਮਾਣ ਮਾਰ ਚਲੋ, ਤੇ ਜੇ ਕਹੋ ਮੈਂ ਸਿਰਫ ਇੱਕ ਤੁਕ ਹੀ ਸਮਝਣਾ ਹੈ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਆ ਤੈਨੂੰ ਇੱਕ ਤੁਕ ਵੀ ਸਮਝਾ ਦੇ। ਸਮਝੋ ਹੁਣ 80 ਤੁਕਾਂ ਨੇ ਬ੍ਰਹਮ ਗਿਆਨੀ ਬਾਰੇ। ਆਪ ਨੂੰ ਪਤਾ ਹੈ ਸੁਖਮਨੀ ਸਾਹਿਬ ਦੇ ਇੱਕ ਇੱਕ ਪਦੇ ਵਿੱਚ 10-10 ਤੁਕਾਂ ਨੇ, ਅਸ਼ਟਪਦੀ ਵਿੱਚ 80 ਤੁਕਾਂ ਹੋ ਗਈਆਂ। 80 ਤੁਕਾਂ ਵਿੱਚ ਦੱਸਿਆ ਵੀ ਬ੍ਰਹਮ ਗਿਆਨੀ ਕੌਣ। ਤੇ ਜੇ ਕਹੀਏ ਗੁਰੂ ਅਰਜੁਨ ਦੇਵ, 80 ਦੀ ਥਾਂ 2 'ਚ ਕਹਿ ਦਿਓ, ਕਹਿਣ ਲੱਗੇ ਦੋਸ਼ ਸੁਣ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬਸ ਇਹਨੇ ਤੇਰਾ ਪਾਰ ਉਤਾਰਾ। ਮਹਾਰਾਜ ਤੇ ਬੜੇ ਬਖਸ਼ਿੰਦ। ਮੈਂ ਕਹਿੰਦਾ ਨਾ, ਸਾਡੇ ਇੱਕ ਸ਼ਬਦ ਵਰਤਦੇ ਸਨ, ਤੁਸੀਂ ਇੱਥੇ ਨਰਸਰੀ ਆਪਾਂ ਕਹਿੰਦੇ ਆ ਕਿ ਜੀ ਆਪਣੇ ਪਹਿਲਾਂ ਕਹਿੰਦੇ ਹੁੰਦੇ ਸਨ ਕੱਚੀ 'ਚ ਪੜ੍ਹਦਾ ਹੈ। ਸੱਚੀ ਮੁੱਚੀ ਕੱਚੀ ਵਾਲਿਆਂ ਤੋਂ ਲੈ ਕੇ ਸਿਖਰ ਤੱਕ ਪਹੁੰਚਿਆ ਹੋਇਆਂ ਦਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਥੋੜੀ ਤੋਂ ਥੋੜੀ ਸਮਝ ਰੱਖਣ ਵਾਲੇ ਲਈ ਵੀ ਗਿਆਨ ਹੈ ਗੁਰੂ ਗ੍ਰੰਥ ਸਾਹਿਬ 'ਚ, ਤੇ ਆ ਭੇਤਾ ਵਾਲਾ ਵੀ। ਹੁਣ ਤੁਸੀਂ ਦੇਖੋ ਆ 2 ਬਚਨ ਅਸੀਂ ਪੜ੍ਹੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ। 2 ਤੁਕਾਂ 'ਚ ਕਹਿ ਦਿੱਤਾ ਬ੍ਰਹਮ ਗਿਆਨੀ ਕੋਏ, ਤੇ 2 ਤੁਕਾਂ ਦੀ ਵਿਆਖਿਆ 80 ਤੁਕਾਂ 'ਚ ਕੀਤੀ। ਇਸੇ ਤਰ੍ਹਾਂ ਤੁਸੀਂ ਪੜ੍ਹੋਗੇ ਮਹਾਰਾਜ ਸਤਿਗੁਰੂ ਕੌਣ, ਤੇ ਗੁਰੂ ਸਾਹਿਬ 80 ਤੁਕਾਂ ਸਤਿਗੁਰੂ ਤੇ ਸਿੱਖ ਦੇ ਰਿਸ਼ਤੇ ਦੀਆਂ ਦਿੰਦੇ ਆ। ਚਲੋ ਇਹ ਵੀ ਸੁਖਮਨੀ ਸਾਹਿਬ 'ਚ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। 80 ਤੁਕਾਂ ਕਹਿ ਕੇ ਜੇ ਕਹੀਏ ਮਹਾਰਾਜ ਸਿਰਫ 2 'ਚ ਕਹੋ, ਕਹਿਣ ਲੱਗੇ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਇੱਕ ਉਦਾਹਰਨ ਮੈਂ ਆਪ ਜੀ ਨੂੰ ਹੋਰ ਦੇਣਾ। ਅਸੀਂ ਆ ਕਿੰਨੇ ਇਨਸਾਨ ਆ ਜੀ ਧਰਤੀ ਤੇ, ਅੰਦਰ ਦੇ ਅੰਗ ਸਭ ਦੇ ਇੱਕੋ ਜਿਹਾ। ਹਾਰਟ, ਕਿਡਨੀ ਹੈ, ਖੂਨ ਦਾ ਸਿਸਟਮ, ਬਲੱਡ ਪ੍ਰੈਸ਼ਰ, ਇਹ ਤਾਂ ਸਾਰਿਆਂ ਤੇ ਢੁਕੇਗਾ, ਪਰ ਜਿਹੜਾ ਬਾਹਰ ਦਾ ਸਟਰਕਚਰ ਉਹ ਸਭ ਦਾ ਇੱਕੋ ਜਿਹਾ ਮੇਲ ਨਹੀਂ ਖਾਂਦਾ। ਹੈ ਅੰਗ ਇੱਕੋ ਜਿਹਾ, ਕਿਸੇ ਦਾ ਨੱਕ ਫੀਨਾ ਹੈ, ਕਿਸੇ ਦਾ ਤਿੱਖਾ ਹੈ, ਕਿਸੇ ਦੀਆਂ ਅੱਖਾਂ ਮੋਟੀਆਂ ਨੇ, ਕਿਸੇ ਦੀਆਂ ਬਰੀਕ ਨੇ, ਕਿਸੇ ਦੇ ਹੱਥ ਵੱਡੇ ਨੇ, ਕਿਸੇ ਦੇ ਛੋਟੇ ਨੇ, ਸੱਚਮੁੱਚ ਕੱਦ ਛੋਟਾ ਹੈ, ਰੰਗ ਵੱਖਰੇ ਨੇ। ਤੇ ਜੇ ਪੁੱਛੋ ਜੀ ਜੋਤ ਸਾਹਿਬ 'ਚ ਇੱਕੋ, ਇਹ ਬੰਤਰ ਵਿੱਚ ਭਿੰਨਤਾ ਜੀ ਕਿਉਂ ਲੱਗਦੀ ਪਈ? ਵੱਡੀਆਂ ਅੱਖਾਂ ਛੋਟੀਆਂ ਅੱਖਾਂ। ਤੇ ਉਹ ਸਾਇੰਸ ਵਾਲੇ ਕਹਿੰਦੇ ਆ ਵੀ ਸਦੀਆਂ ਤੋਂ ਜਿਉਂ-ਜਿਉਂ ਮੌਸਮ ਸੀ ਨਾ ਜਿਹੋ ਜਿਹਾ, ਇਲਾਕਿਆਂ ਦਾ ਕਲਾਈਮੇਟ ਜਿਹੋ ਜਿਹਾ ਸੀ, ਇਸੇ ਤਰ੍ਹਾਂ ਬੰਦੇ ਦੀ ਸਕਿਨ ਦੀ ਜਾਂ ਉਹਦੀ ਬੰਤਰ ਇਸ ਤਰ੍ਹਾਂ ਬਣ ਗਈ। ਬੜੀ ਖੋਜ ਉਹਨਾਂ ਕੀਤੀ। ਬਾਬਾ ਜੀ ਦੀ ਬਾਣੀ ਪੜ੍ਹੇ, ਇੱਕ ਤੁਕ ਆਈ, ਜੇ ਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜਿਹੀ ਦੇਹੀ। ਇੱਕ ਤੁਕ 'ਚ ਗੱਲ ਮੁਕਾ ਦਿੱਤੀ। ਕਹਿਣ ਲੱਗੇ ਬੋਡੀ ਇਸ ਕਰਕੇ ਸਕਿਨ ਵੱਖ-ਵੱਖ ਲੱਗਦੀ ਹੈ, ਜਿਹੋ ਜੀ ਰੁੱਤ ਹੁੰਦੀ ਏ ਕਾਇਆ ਦਾ ਉਹ ਜੀ ਸੁੱਖ ਦੁੱਖ ਹੰਢਾਉਣ ਵਾਲੀ ਹੋ ਜਾਂਦੀ ਏ। ਸੱਚ ਇਹ ਵੇ ਕਿ ਰੁੱਤਾਂ ਦੇ ਅਨੁਸਾਰ ਬੋਡੀ ਦਾ ਅੰਗ ਪ੍ਰਤਿਅੰਗ ਜਿਹੜਾ ਛੋਟਾ ਵੱਡਾ ਲੱਗਦਾ। ਜੇ ਹੀ ਰੁੱਤ ਕਾਇਆ ਸੁਖ ਤੇਖਾ ਤੇਖੋ ਜਿਹੀ ਦੇਖੀ। ਇੱਥੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਮੈਂ ਬੇਨਤੀ ਕਰ ਲਗਾ ਉਸੇ ਵਿਸ਼ੇ ਤੇ ਆਈਏ ਕਿ ਮ੍ਰਿਗ ਤ੍ਰਿਸ਼ਨਾ। ਹੁਣ ਭਰਮ ਸ਼ਬਦ ਕੀ ਹੈ? ਜੇ ਮਹਾਰਾਜ ਨੂੰ ਪੁੱਛੀਏ ਵੀ ਸਾਨੂੰ ਇਹ ਦੱਸੋ ਭਰਮ ਕੀ ਹੈ, ਹੁਣ ਸਾਰੇ ਕਹਿੰਦੇ ਆ ਸਿੱਖ ਜਿਹੜਾ ਭਰਮ ਨਹੀਂ ਕਰਦਾ। ਤੇ ਮਹਾਰਾਜ ਜੀ ਦਾ ਮੇਰਾ ਖਿਆਲ ਅੱਜ ਹਰਿਮੰਦਰ ਸਾਹਿਬ ਹੁਕਮਨਾਮਾ ਸੀ, ਦੁਬਿਧਾ ਨਾ ਪੜੂੰ ਹਰ ਬਿਨ ਹੋਰ ਨਾ ਪੂਜੂੰ, ਮੜੈ ਮਸਾਨ ਨਾ ਜਾਈ। ਭਰਮ ਕੀ ਹੈ?
गुरु ग्रंथ साहिब ने एक तुक विच आपां कहने भरम भेख ते रह निरा। पुछे जी किहड़ा भरम? भरम का मतलब ही ये हुंदा है कि जिस चीज़ नूं आपां जिवें सोच रहे हैं पर जदों नेड़े जाइए हकीकत विच वो मिले ना। इनू बाबा जी ने एक तुक विच कहा, माधवे क्या कही है भरम ऐसा। कहते आ भरम की डेफिनेशन है, माधवे क्या कही है भरम ऐसा जैसा मानिए। बस आ इत्थे जे मृग तृष्णा पेख भुलने वुठे नगर गंधर्व ये भरम है। माधवे क्या कही है भरम ऐसा जैसा मानिए होए ना तैसा। कि जो कुछ मैं ज़हन च मनी बैठा पर जदों नेड़े जावां हकीकत तो निकले ना, उन्होंने भी भरम कहने आ। ये भरम कला संसार तो बाहर मुखी नहीं, ये पुत्रां धियां तो शुरू हुंदा है ते वड्डे वड्डे रिश्तियां तक चलदा। भरम का अर्थ जो कुछ मैं समझिया सी वो कुछ निकलिया नहीं। आओ इहदी व्याख्या लई अज मैं भाई साहब दीयां रचनावां च दो कुछ बचन लए आ। भाई गुरदास साहब जी है मृग तृष्णा ही, मृग भी कदी नहीं रजदा, मर जाता है। सचमुच अंदर भी कदी नहीं तृप्त होया। पानी कढ़ना खूह चों, लज नाल बाल्टी बन्नी है ते सारी जिंदगी खूह दे विच बाल्टी डोबी जाओ, बाहर कड्डो ते पानी दी बूंद नहीं। जे ये कहो मेरी मेहनत बड़ी, मैं इन्नी बाल्टी पानी च लमकाई बाहर खाली आई, वेखण वाला वेख के कहेगा मेहनत बड़ी की पर बाल्टी का थल्ले ही कोई नहीं, पानी कित्थे भरिया जाना। जिमें छाननी विच पानी नहीं खलोंदा, जिमें बाल्टी तले तो बिना होवे ते पानी नहीं रुकदा। हकीकत ये वे तृष्णा वो भांडा है जिदा अज तीकरा तला किसी नूं लभ्या ये ना कदी भरदी है ते ना कदी ये बंदा तृप्त हुंदा है। भाई गुरदास साहिब का एक बचन है, हालांकि वो पौड़ी मैनूं पता है कि पृथ्वी चंद दे परथाए कही, पर यदी व्याख्या लई जरूरी सी। माधवे कही क्या कही है भरम ऐसा जैसा मानिया कोई ना तैसा। वो पौड़ी दियां सतरां ने कि खर चंदौरी दे के कर दे परवासा, थल विच तपन भट्ठियां क्यों लह प्यासा। सोहना राज कमाईए कर भोग बिलासा, छाया बिरख ना रह थिर पूजै क्यों आसा। बाजीगर दी खेड़ जो सब कूड़ तमाशा। आख है मृग तृष्णा पेक भुलने वुठे नगर गंधर्व। किवें भुल गए? गुरु साहब जी दे प्यारे सिख भाई साहब कहते हैं हर चंदौरी देख के जिन्हों गुणे असी पढ़े है वुठे नगर गंधर्व, उन्हें हर चंदौरी वेख्या। वो कहते अज तक असी खरी चंद नगरी का जिक्र करने पर दसो उस नगर च कोई रह के आया, उत्थे कदी किसी का वसेबा होया? कहते जिमें खरी चंद की नगरी जुगां तो लोगों नूं सिर्फ एक भरम पाया जा रहा है। सच एवे कि वो दिसदी कोई नहीं, भुलेखा है। आ जो कोई दिसदा जिस घर च तू टिके है तेरे मरण तो बाद भी खरी चंद की नगरी बन जानी है। समझ नहीं पैनी तेनू। हर चंदौरी देख के कर दे परवासा, थल विच तपन भट्ठियां क्यों लह प्यासा। मारू थल दे विच रेत तपदी है, भट्ठ तपदे ने पर चमकदी रेत पानी का भुलेखा पाती है। भाई साहब कहते हैं अज तीकरा किसी जानवर की, किसी मनुख की, किसी पशु की इस चमकदी रेत दे पानी ने प्यास नहीं बुझाई। भरम है। हर चंदौरी देख के कर दे परवासा, थल विच तपन भट्ठियां क्यों लह प्यासा। इत्थे शब्द है सोहने, अर्थ इहदे ने सुपने। इहदा अर्थ सुपना करांगे। सोहने राज कमाईए, राज कमाईया कर भोग बिलासा। बंदा सुपने सुता है, राज भाग सुख मानदा पिया है, पर अखां खोलिया वो कुछ नहीं मिलना जो कोई सुपने से। सोहना राज कमाईया कर भोग बिलासा। भाई साहब अगे कहते छाया बिरख ना रह थिर पुजै क्यों आसा। तेरे सिर दे उत्ते रुख दी शाख है ते तू ये कहें भी इन्हें हमेशा मेरे सिर ते रहना है। नहीं, ये भी भरम है। तेरे देखद्या देखद्या रुख दी छां बदल जाएगी सूरज दे नाल ना। छाया बिरख ना रह तिर पूजै क्यों आसा। बाजीगर दी खेड़ ज्यों सब कूड़ तमाशा। मृग तृष्णा पेख भुलने, बाजीगर दी खेड़ द्यों सब कूड़ तमाशा। ऐ मेरे मना बाजीगर खेड़ पांदा है। मदारी वाला जी वो अब उत्थे इन्ना हुनर है ना, रब की किरपा नाल मैं करी सोचना
माड़े तो माड़े बंदे भी हुनर सांभी बैठे, वो चरस्ते च खलो जाता है, डमरू वजाना बंसरी वजानी, लोग इकट्ठे हो गए। तो कमाल करता सी, वो कपड़े कढ़ते ने, भांडे कढ़ते ने, कई बार ट्रांजिस कढ़ के गाने भी सुना दिंदा सी, ते कई बंदियां दे कन्नां चों हत्थ ला ला के सिक्के कढ़दा हुंदा सी। एक घंटा उन्हें लोगों को बहुत कोई दिखाया। जदों खेड मुक्कन लगी कहंदा वो वेखो चवानी ठियानी, ये पहला हुंदा सी, चवानी बंद हो गई हुण उत्थे। चवानी ठियानी टका कुछ ना कुछ मैनू दे के जरूर जाओ। लोग उहदे वल सट्टदे सन। अगला पुछे हो तू तां कन्नां विचों रुपईयां दी छनकार लाना, वो कहंदा नहीं, ये तुहानूं भुलेखा पाया, असलीयत विच कुछ भी नहीं, ये तुहानूं भुलेखा, मेरा हुनर है। सच ए वे गुरमुखो, गुरु अर्जुन दे बचन करदे आ कि जो कोई तू देखना पे ये मृग तृष्णा है, ये भरम च पिया होए हैं, जिवें ये सदीव काल लई किते भी नहीं, इस तरह पदार्थां विचों सदीव काल वास्ते सुख नहीं। इस तरह बाबा जी ने एक शब्द वरतिया, कूड़ राजा, कूड़ प्रजा, कूड़ सब संसार, कूड़ मंडप, कूड़ माड़ी, कूड़ बैसनखार। ये सारे विच यही दस्या बाजीगर दी खेड। कूड़ सोना, कूड़ रूपा, ये सारे बचन। अखीर ते क्या, कूड़ मिठा, कूड़ माखियों, कूड़ डोबे पूर, नानक वखाणे बेनती तुझ बाज कूड़ो कूड़। कदी आस नहीं पूरी हुंदी। कल सुबह की कथा च एक अर्ज मैं कीती सी, ये ज्यों ज्यों उम्र ढलदी है ना जी, सारे भरम निकली जाते हैं बंदे दे। ते जिन्नी मैं कहना चंगा छेती छेती निकल जान, घट्टो घट साह निकलन तो पहला बंदा ये तो सोच रहा रब तो बिना कोई नहीं। जिन्ना कट्ठ दिवाले हुंदा, आ मेरा पुत्तर, आ मेरी धी, आ मेरे भतीजे, आ मेरे चाचे ताए, मैं सच कहना ये काफला सानू रब वाले पासे छेती नहीं जे जुड़न देंदा, क्योंकि हर बंदा फिर अंदरों बंदे दी आस ते जिउंदा है। घबरा ना, तेरा फलाना रिश्तेदार इन्ना तकड़ा, तेनू की परवाह। ते जिदन सारे सार छड़ जांदे है ना, उस दिन फिर बंदा कहंदा जे भुलेखे निकल गए, रब्बा तेरे तो बिना कोई भी नहीं। ते जे पहले ही पता लग जाए बीमारी का, तो बंदा कोई इलाज सोचता है ना। हजूर सच्चे पातशाह जी ने इसे भरम लई एक शब्द वरते कि जगत में झूठी देखी प्रीत, हकीकत है ना, झूठी देखी प्रीत, अपने सुख सो ही सब लागे, क्या दारा क्या मीत, मेरो मेरो सब कहत खे, हित सो बांध्यो चीत, पर ए मृग तृष्णा पेक भुलने, हित सो बांध्यो चीत, अंतकाल संगी ने कहू ए अचरज है, रीतो मूर्ख मना, मन मूर्ख अजू ने समझत। ये भुलेखे च पै गया गंधर्बा नगरी, मन मूर्ख अजू ने समझत, सिखदा हारियो नीत, नानक भवजल पार पर जो गावे प्रभ के गीत। में कल एक बेनती की सी, शब्द जेडे बजुर्गां ने सुनिया, यक अर्ज गुफ्तम पेश तो दरगोश कुन करतार। भावें दे अर्थ असी सुबह कल दोपहरे कर चुके हैं। महाराज गुरु नानक साहब मौलवी नूं समझाते पे आ, ते मैं ये भी आप जी नूं बेनती की। मैनूं पता है संगत च बहुत पढ़े लिखे डॉक्टर साहब भी, लटरेरी सज्जन भी आउंदे आ, मिलते आ मैनूं। तो मैं उस दिन बेनती की से शब्द नूं मुकम्मल फारसी का नहीं कह सकते, उर्दू का जन्म हो रहा उदों जदों ये शब्द उचारण किया गया। ये लिए शब्द वरदे सन रेखता, ये रेखता विच है। ये इस गल ने अंदर दे सारे शंके कढ़ दिते। महाराज ने मैं कल कहा भी शब्द पिदर दी थां पदर वरत्या, जन पिसर पदर, फारसी का शब्द तो पिदर है ना। गुरु साहब ने इत्थे बड़ा भरम कढ़िया। इस दियां तुकां दो तुकां खास करके, जन पिसर पदर बिरादरां कस नेस दस्तंगीर। जन इस्त्री पत्नी, हिंदी विच जन का अर्थ दास है। तो ये इस जदों आप फारसी, कई शब्द बड़े आप भाषावां दे आपस च मिलते आ, कई थावां ते एक भाषा का शब्द बड़े गए चंगे अर्थ रखता है, दूजी भाषा च बड़े माड़े अर्थ होंदे ने। ते फिर बंदा कई बार जिन्होंने नहीं पता होंदा बोल जाता है, तो अगले बोलते हैं की बोल के चला गया। पंजाबी दे बड़े शब्द ने जी, जिहड़ी अंग्रेजी भी लोग गालां कढ़दे फिरदे आ। वो इस करके मेरे कहण तो मुराद हर भाषा दे साउंड इक्को जिहा हुंदा, शब्द अर्थ वख-वख रखते। हिंदी च जन का अर्थ है दास, ते फारसी विच जन का अर्थ है इस्त्री। जन पिसर पदर भी रादरां कस नेस दस्तंगीर,
आखिर बेअफ्तम कच्छ ना दार्द चूं शवद तकबीर। मेरी स्त्री मार शब्द वरदिया, स्त्री पुत्र भरा पिता कोई भी साथ नहीं देंदा पिया, जिन्होंने अपने समझदे सन जदों डिगे कस नेस दस्तंगीर, कोई भी बांह पकड़न वाला नहीं। मैं तो एक दिन मन च सोच रहा सा कला बैठा कि बंदे दी यात्रा मोढे तो मोढे तक है। हाँ जी, मोढे तो मोढे तक ही घर बस। जदों जमने उदों मां मोढे न लांदी है, जदों मरने भरा मोढियां ते चुक जाते हैं। बस इन्नी को तेरी कहानी है। यही है ना जी, कहने मां कहती बच्चे न्याणे नूं मोढे ला लो, सच्ची मुच्ची वो मोढे ला के मोढे नाल लांदी है, भरा मोढे उत्ते चुक लेंदे आ। इहनूं बाबा जी ने कहा वेखो बंदा चलिया चौं जणियां दे कन। मैं फिर विषय ते आउण लगा कि भुलेखा पै रहा है कि सब कुछ है, पर हकीकत विच वो कुछ भी नहीं, बाहर मुखी दिस रहा है। अंतले समय इस विचों कोई भी चीज़ निभण वाली नहीं, ते इस विचों अज तक कोई रजिया भी नहीं। पर बिरती है अंतले समय तक। एक दिन ये अर्ज की कि साडा पहला ग्रंथ पढ़ाते सन, टकसाला च वेदांत पढ़ाए जाते सन ग्रंथ, माड़ी गल नहीं सी। विचार माला, सार कुतावली, भावरस सिमरत ग्रंथ। हुण ज्यों ज्यों नवा नवा काम आउंदा पिया ते अपनियां गल्लां, पर अज भी सानू कई बारी कई शब्द लभण लई उन्हां ग्रंथ नूं वाचना पैंदा है। मैं तो एक दिन बेनती की आ शब्द एक कोट अपना जोड़ा क्यों लीजिया गढ़ बंका पाई, डोवर कोट अर तेवर खाई, 5 25 मोह मद मद सर। इन्हां दी व्याख्या शांक शास्त्र की गिनती तो बिना नहीं हो सकती। 5 की है, 25 प्रकृतियां की ने। बाबर सिमरत एक उन्होंने बड़े सोहना बचन कहा है कि किवें बंदा जिन्हां ते आस करदा भुलेखा निकल जाता है। वो एक बचन है जी, तन के बल अब पीठ दई अर हार गए दृगबाल संगाती। तन के बल अब पीठ दई अर हार गए दृगबाल संगाती, तज के ए लोक बिखे हमको चल आप गए सुरलोक सुजाती। जगमीत सखा मुख फेर गए अर सेवक आना पुछे मम बाती। मम आए पलांगम हे तृष्णा, एक तू मम संग रही दिन राती। ब्रिज भाषा जी, अर्थे दे थोड़े जे आपां कर लीए समझ पै दे। तन के बल अब पीठ दई, जेड़ा शरीर विच ताकत सी ना, बल सी, मेरे वर्गा कोई नहीं। कहन लगे वाह रब्बा तू बंदे दा जिउंदियां भुलेखा कढ़िया, अजे शरीर विचों जिंद नहीं निकली पर बल इहदा पहले निकल गया है, भुलेखा निकल गया। बाबा जी ने कहा एक शब्द, कहते ने इन्नी निक्की जंगी है थल डूंगर पव्योम। बाबा फरीद जी कहते आ लत्तां जिन्हां नाल मैं पहाड़ां ते चढ़ जाना, मैदानां विच भजना, पानी तर जाना। अज मैं आवाज़ देना मैं नमाज पढ़नी है, वुजू करा दिओ। मुरीद कहंदा है सराणे कुज्जा पिया बाबा साहब। कहन लगे वाह वेखो आ 2 कदम कुज्जा पिया, अज इंज लगदा पता नहीं किन्ने को मेरे तो दूर है। ये भुलेखा ही है जी। मृग तृष्णा बहुत वड्डा सबजैक्ट है। अज वो कुज्जा इन्नी निक्की जंगी है थल डूंगर पव्योम, अज फरीदा कुजड़ा सह कोहा थियोम। तन के बल अब पीठ दी, हुण बल चला गया। अर हार गए दृगबाल संगाती, ਜਿਹੜੀਆਂ ਅੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਸਨ, शरीर हैगा अज अखां भी साथ छट गई। इनू बाबा जी का एक बचन होर है जी, श्लोक चबन चलन रतन, ये भी भुलेखा निकल गया। चबन चलन रतन से सुनियर बह गए, खेड़े मुत्ती ढा से जानी चल गए, ये भी भरम है। फिर सुनो चबन जिन्हां दंदां नाल, मैं ये नहीं मैं कोई नैगेटिव शब्द बोल रहा भी आप सारे डर जाइए, बस एक गल मैं कह रहा गुरु ग्रंथ साहिब कहते अज नहीं कल नहीं परसों नहीं, इस गल नूं चेते रखी, ये तेरा भरम जिउंदे जी निकलना जरूर है, उहनूं भुलना जिहड़ा सच है। चबन दंद विचों चले गए, चलन का अर्थ है लत्तां ने। सच्ची मुच्ची हुण मैं भी स्टेज ते कहना कि जदों अज तो 20 साल पहला बुढ़ेपे का शब्द ना ऐ मसाले ला ला कथा करनी, पूंडी चाल सारे प्रमाण लाने, हुण अपने आप नूं जदों वापर लग पिया बंदा कहंदा वो जो कहंदा सानूं हंडा के देखी, जिहड़ी चाल सी
ਪੈਰ ਜਵਾਬ ਦੇ ਗਏ। रतन दर ते चमकदियां अखां भी साथ छड़ गईयां। चब्बल चल रतन से सुनियर बह गए, कन्न भी चले गए। महाराज कहते ने शरीर ने ढा मारी, खेड़े मुत्ती ढा, उच्ची सारी शरीर ने ढा मार के क्या से जानी चल गए। ओ प्यारिओ, तुहाडी खातर मैं सारी जिंदगी गाह मारी, तुसीं मरन तो पहले साथ छड़ गए। मैं क्या अखां ते फलानी थां वेखण जाना, अखाड़ा लगा आपां फलानी चीज़ सुन जानी, ਕੰਨਾਂ ਦੀ ਪੂਰਤੀ ਕੀਤੀ, ਅੱਖਾਂ ਦੀ ਕੀਤੀ, ਜੀਭ ਦੀ ਕੀਤੀ। ਕਹਿੰਦੇ ਵਾਹ ਰੱਬਾ, ਆ ਸਭ ਕੁਝ ਬੌਡੀ ਨਾਲ ਲੱਗਿਆ ਹੈ, ਅੱਜ ਮੰਜੇ ਤੇ ਪਿਆ ਮੈਂ, ਸਾਰੇ ਸਾਥ ਛੱਡ ਕੇ ਚਲੇ ਗਏ। ਤਨ ਕੇ ਬਲ ਅਬ ਪੀਠ ਦਈ, ਅਰ ਹਾਰ ਗਏ ਦ੍ਰਿਗਬਾਲ ਸੰਗਾਤੀ, ਤਜ ਕੇ ਇਹ ਲੋਕ ਵਿਖੇ ਹਮਕੋ, ਅਸੀਂ ਇਸ ਲੋਕ ਚਾਹੇ ਪਹਿਲਾਂ ਹੀ ਚਲੇ ਗਏ। ਤਜ ਕੇ ਇਹ ਲੋਕ ਵਿਖੇ ਹਮਕੋ, ਚਲ ਆਪ ਗਏ ਪੁਰਲੋਕ ਸਜਾਤੀ, ਜਗ ਮੀਤ ਸਖਾ ਮੁਕ ਫੇਰ ਗਏ। ਜਗ ਦੇ ਮਿੱਤਰ, जग दे भैन भरा सारे साथ चढ़ गए। अर सेवक आ ना पुछै मम बाती, समय समय की गल है कि सच जेड़ा सेवक मेरे सामने हर वक्त झुकिया सी, अज इन्ना मजबूर हो गया बॉडी करके, मेरा सेवक भी मेरे तो उखी हो गया, नौकर भी मेरी बात नहीं पुछदा। अर सेवक आ ना पुछै मम बाती, अगला बचन जेड़ा वो कहते ने, मम आए पलांगम हे तृष्णे, अखां चलियां गईयां, बॉडी की ताकत चली गई, मित्र सज्जन भैन भरा चले गए। हे तृष्णा, एक उलामा तेरे सर रह गया, तू मैनू मरदे दम तक छड्डेंगी कि नहीं। मैं एक तुहानू छोटी जी कहानी कहना, समझ ली पूरा। मैं कहना शुक्र है कि भरम जिउंदियां निकल जाए। यह है कहानी व्यंगमई, इनू थोड़ा जिहा सुहिरता नाल, मैनू पता है कि जिन्ने इत्थे कथा सुन आउंदे तकरीबन चेहरिਆਂ तो पता लग जाता वो चंचलताई नूं इन्ना नहीं पसंद करते। तकरीबन गंभीरता वाले जिन्ने ਸਰੋਤੇ आ शब्द सुन आ रहे हो तुसी, कहते कोई सेठ पुछो कोई ना भी सारी जिंदगी मर गया इकट्ठा करदा करदा, अंतला समा आ गया। वेखो तृष्णा, ਉਹਦੇ पुत्र ਧੀਆਂ सारे इकट्ठे हो गए। हुण मुश्किल ये पै गई, किसी ने कहा भी ये कन्ना चो राम राम कहो, हरे हरे बोलो, चलो इनू भजन सुनाओ, कोई इनू प्रभु का नाम सुनाओ। तो कही करिए कि बोलता कोई नहीं। किसी डॉक्टर को गए, उन्हें कहा भी बोलते जाऊगा, टीका लाख रुपये का लगना है। वो थोड़ा जिहा बोलना शुरू किया, जो बोले ना जी, वो ये दो शब्द वरजे, बा जा ते मुंडे वार वार वापस आउण, दूजे नूं पता ना लग जाए ये जिहड़ा बा जा कहंदा पिया किते कोई कोड नंबर तो नहीं बैंक का। वो दूजे नूं कहना नहीं नहीं मैं पिता कोल जाना वा। उन्हें जदों बोलना इक्को गल कहनी, बा जा, ते मंजी ओहदी पई सी ड्योड़ी च, सामने मझां गावां सन। वो दिन की गल, जदों उस वेले जाना, बा जा, वो एक कहंदा लख दा टीका ही लवा लो, चलो आपां बेईमानी ना करिए, सारे घट्टो घट्ट पुछ ते लईए भी की दसना चाहता है। उन्होंने कहा चलो टीका लवाओ, टीका लवाया। वो जो टीका लगा, जिन्हों बाजा कहता सी, वो बोलिया, कहता नकम्मिओ सारे मेरे कोल क्यों हो, बछड़ा झाड़ू खा गया। वो मरन लग्या भी वो वेखी जाता, मेरे न्याणिਆਂ ਦਾ झाड़ू खा गया बच्चा। उन्हें कहा बाजा का मतलब मेरे तो पूरा निकलता नहीं सी पिया, मैं ये कहता सा मेरे कोल ना, बच्चा रोको, झाड़ू खा गया, नुकसान होंदा पिया। बंदा पिया कित्थे है। सच ये भी गुरमुखो, मैं बेनती करांगा कि गुरु साहब ये शब्द वरत रहे आ, ये भुलेखा है। जिन्ना मर्जी भज लै मिर्ग, इदू वध की है, मर जाएगा पर तृप्ति नहीं। इहदा अर्थ है जिन्ना मर्जी बाहरों भज लै, सच यही कि तृप्ति नाम तो बिना नहीं। इसे करके गुरु ने इस एक तुक दे मुकाबले वो तुक रखी जिहड़े बंदगी करके रज गए आ। फिर बिनती है, मृग तिशना पेख भुलने, वुठे नगर गंधर्व। मृग दी तृष्णा ते खरी चंद दी नगरी, ना मृग रजिया ना खरी चंद दी नगरी विच कोई वुठे कोई वसिया। महाराज कहते जिन्नी सच आराध्या, जिन्हां ने सच नाम दा सिमरन कीता, नानक मन तन फब, उन्हां दा मन भी तृप्त हो गया। ये अभाव अर्थ करिए कला ये नहीं भी सुंदरता। कई ऐसे ने जिन्होंने रब ने स्किन काली दिती हुंदी है, चेहरा भी कई तरह का करूप जिहा हुंदा है, पर बंदगी इन्नी का अष्टावक्र वर्गे। वो कोल सुंदरता थोड़ा है, पर वो कोल अंदर की एक सुंदरता है ज्ञान की, ब्रह्म ज्ञान की। इत्थे नानक मन तन फब का भाव यह है
कि जिन्हां ने नाम सिमरिया है वो अपने मानसिक तौर ते तन के तौर ते पूर्ण तौर ते रज गए। इनू फिर बेनती नू मैं शब्द वरत्या मन तन फब। जदों मन नहीं रजदा उदों तन कदी रज ही नहीं सकता। मन रज जाए इंद्रे इंद्रे किधर जाणगे, भावां कि इन्हां दा बड़ा आपस में गहरा रिश्ता है। मन रज जाए तन रजेगा। गुरमुखो जे मन नहीं रजिया तन कदी नहीं रजदा हुंदा। मन रज गया कन रज गए, मन रज गया अखां रज गई, मन रज गई जीभ रज गई। पर मन जिहड़ा है वो गल्लां नाल रजदा। मन जदों भी रजदा है नाम नाल रजदा है। गुरु साहब गुरु अंगद साहब जी का एक बचन है, सलोक है, नानक मन तन फब रज गया। तन भी रजिया मन भी रजिया। तो उंज बाहर मुखी मैं दे अर्थ कर देंगा कि मन दे अर्थ ने कि नाम विच रंगिया गया, तन दे अर्थ ने चेहरे ते नाम दी लाली डलका मार दी। पर अंतरी भाव है आखण आख न रजिया मृग तिशना। आखण आख न रजिया मूँह आख के नहीं रजिया। सुन ना रजे कन, कन सुन सुन के नहीं रजी। अखी देख ना रजियां गुण गाहक एक वन। ये एक एक रंग देख दिया ना अखां वखरा, एक वन दर से वखरा वखरा। आखण आख न रजिया सुन ना रजे कन, अखी देख न रजियां गुण गाहक एक वन। भुखिया भुख ना उतरै मृग तिशना। भुखिया ये अर्थ करांगे मृग रजदा। भुखिया भुख ना उतरै गली भुख ना, वो वखरी तोके जी जपजी साहिब वाली। भुखिया भुख ना उतरी, एक है भुखिया भुख ना उतरै। कि तृष्णा दी भुख नाल तू कह आ मिल जा रज जाएगा। भुखिया भुख ना उतरै गली भुख ना जाए, नानक भुखा तां रजै जा गुण कह गुणी समाए नानक मन तन फब। क्योंकि तृष्णा दे विपरीत अर्थ करांगे ते मन भी रज गया तन भी तृप्त हो गया। पर जिन्हें सच नूं आराध्या है, सच नूं सिमरिया है, मिग तिशना पेक भुलने वुठे नगर गंधर्व। जिन्नी सच आराध्या नानक मन तन फब। संतुष्टि बड़ी वड्डी चीज़ है। चलो मैं भावें स्टेज ते कही जाना वा, पर अंदर नूं मन नूं मनाना बड़ा, पर छोटा जिहा मनाना शुरू कर दईए फिर निक्की निक्की गल तो मनाइए मनन लग पैंदा। मान लो आपां लंगर च ही जाने आ ते जे यही पहला कह दईए बस एक प्रशादे नाल आपां रज जाना अज, मन ने कह दिता ना तन कहंदा चलो कोई नहीं सर जाऊगा। तो जे मन ने कहा नहीं नहीं इन्ना कुछ खाना है तो तन तो पहले ही तैयार बैठा है। निक्के निक्के फुरने सानू रोकणगे, निक्के निक्के फुरने साडी जिंदगी नूं बहुत उच्ची मंजिल ते लै जांदे। मिग तिशना पेक भुलने वुठे नगर गंधर्व। जिन्नी सच आराध्या नानक मन तन फब। अगला बचन है पतत उदाहरण पार ब्रह्म। पतत का अर्थ है पापी, उदाहरण का अर्थ है जी उधार करना। पार ब्रह्म, पार ब्रह्म परमेश्वर समर्थ पुरख अपार। पापियां का उधार करता है मेरा पार ब्रह्म। अगला बचन क्या कि जिन्ना मर्जी बंदा डिग्गा होवे कदी ये ना कह भी मेरा हुण कुछ भी नहीं बनना। गुरु साहब ने अगे भरोसा दिता समर्थ पुरख अपार। वो करता पुरख समर्थ है, वो कुछ बख्शिश कर देंदा जिहड़ी बंदे दी बुद्धि विच कदी पकड़ च आई नहीं। इसनूं फिर सुनियो पतत उदाहरण पार ब्रह्म समर्थ पुरख अपार। मैं अर्ज आरंभ च कीती सी गुरु ग्रंथ साहिब विच दो तरह के पततां दा जिक्र कीता है। एक नूं समाज ने पतत बनाया है, दूजे नूं कर्मां ने पतत बना दिता है। ये सिर्फ उत्थे भारत विच समाज ने पतत किनूं बनाया। ब्राह्मण ने कह दिता मैं उच्चा, खत्री ने कहा मैं उच्चा, चमार नीवा है, कुम्हार नीमा, वैगुरु बख्श दिया जे, शिंबा नीमा है, जुलाहा नीमा है। याद रखियो उन्होंने पतत जात शब्द वरत्या। हालांकि गुरबाणी ने इस लफ्ज नूं बहुत ही वरत्या, पर गुरु ने उस पचत जात शब्द नूं हीणता ते अपमान लई नहीं वरत्या। उन्होंने इसलिए वरत्या जिन्हों तुसी पतत कहंदे सो अज वो सब तो उच्चा हो गया है। रविदास साहिब का कर्म किते नहीं पतत जी, कबीर साहिब का कर्म पतत नहीं, नामदेव जी का कर्म पतत नहीं। गल नूं सुनियो, दो तरह के पतत ने। एक जात करके पतत बंदे ने कीते ने,
ਇੱਕ ਬੰਦੇ ਕਰਮਾਂ ਕਰਕੇ ਪਤਿਤ ਹੋ ਗਏ, ਰੱਬ ਦੋਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਜਿਹਨੂੰ ਜਾਤ ਕਾਤ ਕੇ ਪਤਿਤ ਕਹਿੰਦੇ ਆ, ਗੁਰੂ ਉਹਨਾਂ ਦਾ ਵੀ ਪਾਰ ਉਤਾਰਾ ਕਰਦਾ ਹੈ। ਤੇ ਜਿਹੜੇ ਕਰਮ ਕਰਕੇ ਪਤਿਤ ਹੋ ਜਾਂਦੇ ਆ, ਹਕੀਕਤ ਇਹ ਵੀ ਰੱਬ ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ। ਦੋਨਾਂ ਦੇ ਦਰਸ਼ਨ ਕਰੀਏ। ਇਹ ਵੀ ਇੱਕ ਦਿਨ ਅਰਜ਼ ਕੀਤੀ ਸੀ ਨਿਊ ਵੈਸਟ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਵੀ ਦੋ ਤਰ੍ਹਾਂ ਦੇ ਨੇ। ਦੋ ਤਰ੍ਹਾਂ ਦਾ ਅਰਥ, ਇੱਕ ਬਾਣੀ ਦੇ ਉਚਾਰਨ ਕਰਤਾ ਭਗਤ ਨੇ, ਇੱਕ ਇਹਨਾਂ ਨੂੰ ਬਾਣੀ ਭਗਤ ਮੰਨਦੀ ਜਿਨ੍ਹਾਂ ਦਾ ਇੱਕ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਇੱਕ ਸ਼ਬਦ ਤੋਂ ਮੁਰਾਦ ਕਿ ਪ੍ਰਹਿਲਾਦ ਜੀ ਦੀ ਕੋਈ ਆਪਣੀ ਉਚਾਰਨ ਕੀਤੀ ਤੁਕ ਨਹੀਂ, ਪਰ ਭਗਤ ਮੰਨਿਆ ਨਾ ਬਾਣੀ ਨੇ। ਧਰੂ ਜੀ ਦੀ ਕੋਈ ਤੁਕ ਨਹੀਂ। ਕੋਈ ਤੁਕ ਦਾ ਮਤਲਬ ਤੁਸੀਂ ਸਮਝ ਗਏ, ਜਿਵੇਂ ਕਬੀਰ ਜੀ ਦੇ ਸ਼ਬਦ ਨੇ, ਪਰ ਗੁਰਬਾਣੀ ਨੇ ਧਰੂ ਜੀ ਨੂੰ ਭਗਤ ਮੰਨਿਆ। ਬਿਦਰ ਜੀ ਦਾ ਕੋਈ ਆਪਣਾ ਉਚਾਰਨ ਕੀਤਾ ਲਫ਼ਜ਼ ਨਹੀਂ, ਪਰ ਗੁਰਬਾਣੀ ਨੇ ਉਹਨਾਂ ਨੂੰ ਭਗਤ ਮੰਨਿਆ। ਇੱਕ ਭਗਤ ਉਹ ਨੇ ਜਿਹੜੇ ਬਾਣੀ ਦੇ ਉਚਾਰਨ ਕਰਤਾ ਨੇ। ਇਸੇ ਤਰ੍ਹਾਂ ਇੱਕ ਪਤਿਤ ਉਹਨਾਂ ਨੂੰ ਕਿਹਾ ਜਿਨ੍ਹਾਂ ਨੂੰ ਹੰਕਾਰੀ ਸਮਾਜ ਨੇ ਕਿਹਾ ਇਹ ਸ਼ੂਦਰ ਨੇ। ਇੱਕ ਸੱਚੀ ਮੁੱਚੀ ਕਰਮਾਂ ਕਰਕੇ ਪਤਿਤ ਹੋ ਗਏ। ਦੋਨਾਂ ਦੇ ਦੇਖੀਏ ਬਾਣੀ ਵਿੱਚੋਂ। ਜਿਨ੍ਹਾਂ ਨੂੰ ਸਮਾਜ ਨੇ ਪਤਿਤ ਕਿਹਾ, ਮੈਂ ਬੇਨਤੀ ਕਰਾਂਗਾ ਹੰਕਾਰ 'ਚ ਨਹੀਂ, ਸੱਚ ਇਹ ਵੇ ਕਿ ਗੁਰੂ ਨਾਨਕ ਸਾਹਿਬ ਵਰਗਾ ਰਾਵਰ, ਗੁਰੂ ਗੋਬਿੰਦ ਸਿੰਘ ਵਰਗਾ ਦਾਤਾ 10 ਪਾਤਸ਼ਾਹੀਆਂ, ਜਿਨ੍ਹਾਂ ਨੂੰ ਸਦੀਆਂ ਤੱਕ ਲੋਕਾਂ ਨੇ ਕਿਹਾ ਪਤਿਤ ਨੇ ਪਤਿਤ ਨੇ ਪਤਿਤ ਨੇ, ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ। ਪਹਿਲਾ ਮੌਕਾ ਸੀ ਜਿੱਥੇ ਜਿਹਨੂੰ ਪਿਛੋਕੜ ਬ੍ਰਾਹਮਣ ਸੀ ਰਾਮਾਨੰਦ ਜੀ ਦਾ, ਉਹਦੇ ਬਿਲਕੁਲ ਬਰਾਬਰ ਗੁਰੂ ਨੇ ਰਵਿਦਾਸ ਜੀ ਨੂੰ ਬਿਠਾ ਦਿੱਤਾ, ਬਚਨਾ ਕਰਕੇ ਇੱਕ ਕਰ ਦਿੱਤੇ। ਹੁਣ ਜਿਨ੍ਹਾਂ ਨੂੰ ਸਮਾਜ ਨੇ ਪਤਿਤ ਕਿਹਾ, ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਉਹਨਾਂ ਕਿੰਨੇ ਉੱਚੇ ਕਰਤਾ ਨਾਮ ਨੇ। ਇੱਕ ਸ਼ਬਦ ਆਪ ਸਾਰਿਆਂ ਨੂੰ ਚੇਤੇ ਵੀ ਕੀਰਤਨੀਏ ਪੜ੍ਹਦੇ ਨੇ। ਉਸ ਸ਼ਬਦ ਵਿੱਚ ਮਹਾਰਾਜ ਨੇ ਉਹਨਾਂ 4 ਭਗਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਪਤਿਤ ਜਾਤ ਕਹਿੰਦੇ ਸਨ। ਸ਼ਬਦ ਦੇ ਅਰਥਾਂ ਦੀ ਲੋੜ ਨਹੀਂ, ਉਹ ਸ਼ਬਦ ਕਹੇ ਗੋਬਿੰਦ 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 ਸੰਗ, ਪਤਿਤ ਉਦਾਹਰਨ ਪਾਰ ਬ੍ਰਹਮ। 2 ਅਰਥ ਕਰਾਂਗਾ ਮੈਂ। ਉਹ ਹੈ ਜਿਹਨੂੰ ਸਮਾਜ ਨੇ ਕਿਹਾ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਪਤਿਤ ਜਾਤ ਕਹਿੰਦੇ ਸਨ। ਆਡ ਦਾਮ ਦਰ ਤੇ ਅੱਧੀ ਕੌਡੀ ਦਾ ਜਿਹਨੂੰ ਛੀਂਬਾ ਕਹਿੰਦੇ ਸਨ। ਸੱਚ ਇਹ ਵੇ ਅੱਜ ਉਹ ਲੱਖਾਂ ਦਾ ਹੋ ਗਿਆ ਹੈ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਇਹਨੂੰ ਵੀ ਪਤਿਤ ਕਹਿੰਦੇ ਸਨ। ਨੀਚ ਕੁਲਾ ਜੋਲਾਰਾ ਭਇਓ ਗੁਨੀ ਗਹੀਰਾ। ਨੀਚ ਕੁਲਾ ਨੀਵੀਂ ਜਾਤ ਦਾ, ਨੀਚ ਕੁਲਾ ਜੋਲਾਰਾ ਭਇਓ ਗੁਨੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ, ਪ੍ਰਗਟੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ, ਪਤਿਤ ਜਾਤ ਕਹਿੰਦੇ ਸਨ, ਬੁੱਤੀਆਂ ਕਰਨ ਵਾਲਾ, ਘਰ ਘਰ ਕੰਮ ਕਰਨ ਵਾਲਾ। ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ, ਭਗਤਾ ਮੈਂ ਗਣਿਆ। ਆਹ ਹੈ ਪਤਿਤ ਉਦਾਹਰਨ ਪਾਰ ਬ੍ਰਹਮ, ਸਮਰੱਥ ਪੁਰਖ ਅਪਾਰ। ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ, ਭਗਤਾ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟ ਰੋ। ਜੱਟ ਦੇ ਅੰਦਰ ਫਿਰ ਮੈਨੂੰ ਬੇਨਤੀ ਕਰਾਂਗਾ, ਕਿਉਂਕਿ ਆਪਾਂ ਰੌਲਾ ਚੋਕੇ ਪਿੰਡਾਂ 'ਚ ਪਾਉਣ ਵਾਲੀ ਬੈਠੇ ਆ ਨਾ, ਵੀ ਜੱਟ ਆ ਜੱਟ ਆ। ਵਾਹਿਗੁਰੂ ਗੁੱਸਾ ਨਾ ਕਰਿਓ ਵੀ ਕਦੋਂ ਮੈਂ ਕਿਸੇ ਨੂੰ ਨਿੰਦਣ ਲੱਗਾ। ਮੈਂ ਉਸ ਦਿਨ ਕਿਹਾ ਜਿੰਨੇ ਮਾੜੇ ਕੰਮ ਨੇ ਇਹਦੇ ਪੱਲੇ ਪਾ ਦਿੱਤੇ। ਸ਼ਰਾਬ ਵੀ ਤੂੰ ਪੀਣਾ, ਗੰਡਾਸੀ ਵੀ ਤੂੰ ਮਾਰਨੀ ਹੈ, ਗੋਲੀ ਵੀ ਤੂੰ ਚਲਾਣੀ ਹੈ, ਨਜਾਇਜ਼ ਕਬਜ਼ੇ ਵੀ ਤੂੰ ਕਰਨੇ ਨੇ, ਚੌਂਕ 'ਚ ਖਲੋ ਕੇ ਲੋਕਾਂ ਦੀਆਂ ਧੀਆਂ ਭੈਣਾਂ ਤੇ ਤੰਜ ਵੀ ਤੂੰ ਕੱਸੇ ਨੇ। ਅਸੀਂ ਬੜੇ ਖੁਸ਼ ਨੇ, ਬੱਲੇ ਬੱਲੇ ਕਮਾਲਾਂ ਕਰਤੀਆਂ। ਉਹ ਨਹੀਂ, ਗੁਰੂ ਕੇ ਸਿੱਖੋ, ਮੇਰੀ ਬੇਨਤੀ ਜੇ, ਪਤਾ ਨਹੀਂ ਇਹ ਕਿਸ ਢੰਗ ਨਾਲ ਸਭ ਕੁਝ ਕੀਤਾ ਜਾ ਰਿਹਾ ਹੈ। ਉੱਥੇ ਸ਼ਬਦ ਜਦੋਂ ਵਰਤਿਆ, ਇਹ ਬਿਦ ਸੁਣ ਕੇ ਜਾਟ ਰੋ। ਭਗਤ ਧੰਨਾ ਜੀ ਤੇ ਦਾਸ ਉਹਨਾਂ ਦੇ ਸਥਾਨ ਤੇ ਕਥਾ ਕਰਕੇ ਆਇਆ। ਭਗਤ ਧੰਨਾ ਜੀ ਦੇ ਕਈ ਬਿੱਗੇ ਜ਼ਮੀਨ ਭਗਤ ਜੀ ਦੇ ਨਾਂ ਤੇ ਬੋਲਦੀ ਹੈ ਜੀ। ਉੱਥੇ ਗੁਰਦੁਆਰਾ ਬਣਾਇਆ ਹੈ ਗੁਰੂ ਭਗਤ ਧੰਨਾ ਜੀ ਦੇ ਨਾਮ ਤੇ। ਉੱਥੇ 2 ਕੁ ਰਾਤਾਂ ਮੈਂ ਰਿਹਾ ਤੇ ਮੇਰੇ ਮਨ 'ਚ ਆਇਆ ਵੀ ਉਜਾੜ ਵਿੱਚ ਝਾੜੀਆਂ 4 ਚੁਫੇਰੇ ਭਗਤ ਜੀ ਦੀ ਜ਼ਮੀਨ ਵਗਦੀ ਹੈ, ਵਾਹੁੰਦੇ ਨੇ। ਮਨ 'ਚ ਆਇਆ ਅਸੀਂ ਲੋਕ ਬੜੇ ਕਈ ਤਰ੍ਹਾਂ ਦੇ ਡੰਬਰ ਕਰਕੇ ਰੱਬ ਇਸ ਤਰ੍ਹਾਂ ਰੀਦਾ ਇਸ ਤਰ੍ਹਾਂ ਰੀਦਾ। ਮੈਂ ਕਿਹਾ ਕਮਾਲ ਕਰ ਦਿੱਤੀ। ਉਹਨੂੰ ਮੰਦਰ ਵਾਲੇ ਨੇ ਵੀ ਕਿਹਾ ਪੱਥਰ ਇੱਕ ਲਪੇਟ ਕੇ, ਉਹਨੇ ਕਿਹਾ ਖਹਿੜਾ ਛੱਡ, ਮੇਰਾ ਬਸ ਆ ਹੀ ਰੱਬ ਹੈ। ਦੇ ਧੰਨੇ ਨੂੰ ਗੈਲ ਛਡਾਵੇ, ਗੈਲ ਛਡਾਵੇ ਦਰ ਤੇ ਖਹਿੜਾ ਛਡਾਏ। ਹੁਣ ਉਹ ਬੰਦਾ ਉੱਥੇ
खेतां 'ਚ बैठा, ਉਹਦੇ ਕੋਲ ਬਾਹਮਣ ਵਾਲਾ ਕੋਈ ਕਰਮ ਨਹੀਂ, ਬਾਹਰ ਮੁਖੀ, ਇੰਨੀ ਕੁ ਬੰਦਗੀ ਕੀਤੀ, ਇੰਨੇ ਸਿਦਕ ਨਾਲ ਬੈਠਾ। ਗੁਰੂ ਅਰਜਨ ਦੇਵ ਕਹਿੰਦੇ ਉਹਨੇ ਪ੍ਰਤੱਖ ਰੱਬ ਦੇ ਦਰਸ਼ਨ ਕੀਤੇ। ਪ੍ਰਤੱਖ ਦਾ ਅਰਥ ਕੀ ਹੁੰਦਾ ਹੈ ਜੀ? ਪ੍ਰਤੱਖ ਗੁਸਾਈਆਂ ਹੈ, ਪ੍ਰਮਾਣ ਨਹੀਂ। ਪ੍ਰਮਾਣ ਪਹਿਲੇ ਚਾਰ ਨੇ, ਪਹਿਲੇ ਚਾਰ ਸ਼ਬਦ ਪ੍ਰਮਾਣ ਨੇ। ਨਾਮਦੇਵ, ਕਬੀਰ, ਇਹ ਪ੍ਰਮਾਣ ਨੇ। ਪਰ ਪ੍ਰਤੱਖ ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹ ਇਹਨਾਂ ਨੂੰ ਪਤਤ ਜਾਤ ਕਹਿੰਦੇ ਸਨ। ਇਸੇ ਤਰ੍ਹਾਂ ਮਹਾਰਾਜ ਦਾ ਇੱਕ ਬਚਨ ਹੁੰਦਾ ਹੋਰ, ਗੁਰੂ ਰਾਮਦਾਸ ਦਾ ਜੀ, ਨੀਚ ਜਾਤ ਹਰ ਜਪਤਿਆਂ, ਪਤਤ ਉਦਾਹਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ। ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ। ਜਿਨ੍ਹਾਂ ਨੂੰ ਨੀਵੀਂ ਜਾਤ ਦੇ ਕਿਹਾ ਜਾਂਦਾ ਸੀ, ਸੱਚ ਇਹ ਵੇ ਅੱਜ ਉਹ ਉੱਤਮ ਪਦਵੀ ਤੇ ਪਹੁੰਚ ਗਏ। ਪਾਰ ਬ੍ਰਹਮ ਨੇ ਨੀਚ ਜਾਤ ਵਾਲਿਆਂ ਨੂੰ ਉੱਚਿਆਂ ਕਰ ਦਿੱਤਾ। ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤ ਹੈ, ਉਹਨੂੰ ਨੀਵਾ ਕਹਿੰਦੇ ਸਨ, ਦਾਸੀ ਦਾ ਪੁੱਤਰ। ਪੁੱਛੋ ਬਿਦਰ ਦਾਸੀ ਸੁਤ ਹੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖਿਕ ਗਾਏ। ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਚਾਰੇ ਵਰਨ ਮੱਥਾ ਟੇਕਣ ਲੱਗੇ। ਵੇਖੋ ਆਪ ਜੀ ਨੂੰ ਇੱਕ ਦਿਨ ਅਰਜ਼ ਕੀਤੀ ਸੀ ਜੀ, ਭਗਤ ਰਵਿਦਾਸ ਸਾਹਿਬ ਜੀ ਨਾ, ਇਹਨਾਂ ਦੀ ਬਾਣੀ ਬਿਲਕੁਲ ਸਾਰੀ ਪ੍ਰੇਮਾ ਭਗਤੀ ਤੇ ਨਿਮਰਤਾ 'ਚ ਹੈ। ਇੱਕ ਸ਼ਬਦ ਵਿਦਵਾਨ ਵਰਦੇ ਆ, ਚਲੋ ਆਪਾਂ ਤੇ ਅੱਖੜ ਸ਼ਬਦ ਵਰਦੇ ਆ। ਮੈਂ ਕਿਹਾ ਸੀ ਵੀ ਕਬੀਰ ਸਾਹਿਬ ਤੇ ਰਵਿਦਾਸ ਜੀ ਦੋਵੇਂ ਬਨਾਰਸ 'ਚ, ਪਰ ਦੋਨਾਂ ਦੇ ਸ਼ਬਦ ਬ੍ਰਹਮ ਗਿਆਨੀ ਨੇ ਦੋਨੋਂ, ਪਰ ਦੋਨਾਂ ਦੇ ਸ਼ਬਦਾਵਲੀ 'ਚ ਕਬੀਰ ਸਾਹਿਬ ਉਹਨੂੰ ਕੋਈ ਸ਼ਬਦ ਕੋਈ ਕਹੇ, ਉਹਨਾਂ ਨੇ ਇਹ ਥੋੜਾ ਕੱਲਾ ਕਹਿਣਾ ਚੰਗਾ ਤੇਰੀ ਮਰਜ਼ੀ। ਉਹ ਕਹਿੰਦਾ ਜਾਣਾ ਕਿੱਥੇ, ਮੇਰੇ ਨਾਲ ਗੱਲ ਕਰ ਤੂੰ। ਰਵਿਦਾਸ ਨੂੰ ਕਹਿੰਦੇ ਚੰਗਾ ਭਰਾਵਾ ਕੋਈ ਨਹੀਂ, ਮੇਰੀ ਚਾਤ ਕੁੱਤ ਵੰਡ ਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਇਹ ਸ਼ਬਦ ਵਰਤੇ। ਰਵਿਦਾਸ ਨੂੰ ਕਹੋ, ਉਹ ਸ਼ਬਦ ਕਹਿਣਗੇ ਠੀਕ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। हे ਨਗਰ ਦੇ ਲੋਗੋ ਮੇਰੀ ਜਾਤ ਮੈਂ ਚਮਾਰ ਖਾਂ। ਹਿਰਦਾ ਰਾਮ ਗੋਬਿੰਦ ਗੁਣ ਸਾਰੰਗ। ਪਰ ਮੇਰੇ ਹਿਰਦੇ ਦੇ ਵਿੱਚ ਕੇਵਲ ਰਾਮ ਨਾਮ, ਪ੍ਰਭੂ ਦਾ ਨਾਮ ਹੈ। ਤੁਸੀਂ ਕਬੀਰ ਨੂੰ ਕਹਿ ਕੇ ਦੇਖੋ ਜੁਲਾਹਾ, ਉਹ ਕਹਿੰਦਾ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਆਣ ਬਾਟ ਕਾਹੇ ਨਹੀਂ ਆਇਆ। ਕਈ ਵਾਰੀ ਕਈ ਸਾਧੂ ਨਾ ਜੀ ਸ਼ਬਦ ਇਹੋ ਜਿਹਾ ਬੋਲ ਜਾਂਦੇ ਆ, ਬੰਦੇ ਡਰਦੇ ਆ। ਆ ਬਾਬਾ ਖੜਕ ਸਿੰਘ ਜੀ ਬਾਰੇ ਚ ਤਾਂ ਦਰਸ਼ਨ ਕੀਤੇ ਹੋਣੇ ਨੇ, ਕਾਰਸੇ ਵਾਲੇ। ਇਹ ਸੰਪਰਦਾਈ ਬਾਬਾ ਕਿਰਪਾਲ ਸਿੰਘ ਨੇ ਜਦੋਂ ਟੀਕਾ ਲਿਖਿਆ ਨਾ, ਇਹ ਸ਼ਬਦ ਦੇ ਜਦੋਂ ਆਏ ਵੀ ਰਹਿਣ ਨਾ ਪਾਵੇਂ ਸੁਰ ਨਰ ਦੇਵਾ, ਊੜ ਸੁਧਾਰੇ ਕਰ ਮੁਨਜਨ ਸੇਵਾ, ਉੱਥੇ ਇੱਕ ਸਾਖੀ ਲਿਖੀ ਉਹਨਾਂ ਨੇ। ਉਹ ਸਾਖੀ ਚੋਂ ਕਹਿੰਦੇ ਨੇ ਵੀ ਕੋਈ ਲੁਧਿਆਣੇ ਦਾ ਸੱਜਣ ਸੀ, ਬੜਾ ਅਮੀਰ, ਉਹ ਬੜੇ ਪੈਸੇ ਲਿਆਇਆ, ਪਰ ਇੱਕ ਗੱਲ ਉਹ ਕਹਿ ਗਏ, ਉਹਨਾਂ ਗ੍ਰੰਥੀ ਸਾਹਿਬ ਦਾ ਨਾਮ ਨਹੀਂ ਦਿੱਤਾ ਕਿ ਦਰਬਾਰ ਸਾਹਿਬ ਦੇ ਗ੍ਰੰਥੀ ਸਨ, ਤੇ ਉਹਨਾਂ ਦੇ ਰਾਹੀਂ ਬਾਬਾ ਖੜਕ ਸਿੰਘ ਜੀ ਨੂੰ ਦਿੱਤੇ ਵੀ ਚਲੋ ਆ ਪੈਸੇ ਜਿਹਦੀ ਸੇਵਾ ਵਿੱਚ ਲਾ ਲਓ। ਉਹਨਾਂ ਕਿਹਾ ਚਲੋ ਰੱਖ ਦਿਓ। ਹੁਣ ਉਹ ਬੰਦਾ ਇਸ ਬਿਰਤੀ ਦਾ ਸੀ ਵੀ ਮੇਰਾ ਨਾਮ ਉੱਤੇ ਲਿਖਿਆ ਜਾਏਗਾ। ਇਹ ਬੜਾ ਚੱਲਦਾ ਸੀ ਦਰਬਾਰ ਸਾਹਿਬ ਦੇ ਵਿੱਚ, ਪਹਿਲਾਂ ਵੀ ਚੱਲਦਾ ਰਿਹਾ, ਸ਼ੇਰੇ ਪੰਜਾਬ ਦੇ ਵੇਲੇ ਵੀ ਚੱਲਿਆ। ਤੁਸੀਂ ਸੋਨ ਪੱਤਰ ਤੇ ਦੇਖਦੇ ਹੋ ਵੀ ਮੇਰਾ ਨਾਮ। ਕਈ ਦਿਨਾਂ ਬਾਅਦ ਫਿਰ ਆ ਗਿਆ, ਉਹ ਭਾਈ ਸਾਹਿਬ ਨੂੰ ਲੈ ਕੇ ਆ ਗਿਆ ਜੀ, ਇਹ ਇੰਨੇ ਦਿਨ ਹੋ ਗਏ ਪੈਸੇ ਦਿੱਤੇ, ਅਜੇ ਕੁਝ ਲਿਖਿਆ ਨਹੀਂ। ਸ਼ੱਕੀ ਜਿਹਾ ਮਨ ਸੀ ਨਾ। ਉਂਝ ਮੈਂ ਆਪ ਜੀ ਨੂੰ ਬੇਨਤੀ ਕਰਾਂ ਗੁਰਮੁਖੋ, ਸੱਚ ਇਹ ਵੇ ਕਦੀ ਵੀ ਗੁਰੂ ਦੇ ਚਰਨਾਂ 'ਚ ਭੇਟ ਕਰਕੇ ਦਾਵਾ ਨਹੀਂ ਕਰਨਾ ਮੈਂ ਇੰਨਾ ਕੋਈ ਦਿੱਤਾ। ਉਹ ਕੌਮੇ ਕਈ ਵਾਰੀ ਸਭ ਕੁਝ ਸਮੇਟ ਕੇ ਲੈ ਜਾਂਦੀ ਹੈ। ਕੌਣ ਜੰਮਿਆ ਜੀ? ਹਾਂ, ਲੋੜਵੰਦ ਨੂੰ ਦੇ ਕੇ ਦਾਨ ਇੱਕ ਕਰਮ ਚੰਗਾ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਸ ਤੋਂ ਅਗਲਾ ਸਟੈਪ ਇਹ ਵੇ, ਜਿੱਦਣ ਤੂੰ ਕਿਸੇ ਨੂੰ ਦਾਨ ਕਰਕੇ ਆਵੇਂ ਉਦਣ ਜਪਜੀ ਸਾਹਿਬ ਇੱਕ ਵੱਧ ਪੜ੍ਹ ਨਹੀਂ ਕਿ ਰੱਬਾ ਤੇਰਾ ਸ਼ੁਕਰ, ਘੱਟੋ ਘੱਟ ਮੈਨੂੰ ਦੇਣ ਦੀ ਤੂੰ ਅਕਲ ਦੇ ਦਿੱਤੀ ਹੈ, ਮੈਂ ਕਿਸੇ ਦੀ ਸੇਵਾ ਕਰਨ ਦੇ ਲਾਇਕ ਹੋਇਆ। ਆ ਸੁਖਮਨੀ ਸਾਹਿਬ 'ਚ ਨਹੀਂ, ਜੇ ਪ੍ਰਸਾਦ ਕਰੇ ਪੁੰਨ ਬੋ ਦਾਨ। ਅੱਗੇ ਕੀ ਕਿਹਾ? ਨਾਮ ਲਿਖਾ ਲੈ। ਅੱਗੇ ਮਹਾਰਾਜ ਕਹਿੰਦੇ ਅੰਦਰ ਬਹਿ ਹੁਣ, ਜੇ ਦਾਨ ਕਰਕੇ ਆਏ, ਜੇ ਪ੍ਰਸਾਦ ਕਰਾਂ ਪੁੰਨ ਬੋ ਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ। ਤੁਸੀਂ ਪਿੰਗਲਵਾੜੇ ਗਏ ਹੋ? ਭਗਤ ਪੂਰਨ ਸਿੰਘ ਦਾ ਕਮਰਾ ਕਿੱਥੇ ਪਿੰਗਲਵਾੜੇ? ਕਦੇ ਪੁੱਛੋ ਡਾਕਟਰ ਇੰਦਰਜੀਤ ਨੂੰ ਕੌਰ ਨੂੰ ਵੀ ਭਗਤ ਜੀ ਕਿੱਥੇ ਸੌਂਦੇ ਹੁੰਦੇ ਸਨ? ਰੋਗੀਆਂ ਦੇ ਕਮਰੇ ਖੈਣ, ਪਾਗਲਾਂ ਦੇ ਕਮਰੇ ਖੈਣ।
ਭਗਤ ਜੀ ਦਾ ਕੋਈ ਕਮਰਾ ਨਹੀਂ, ਸਾਰੀ ਜ਼ਿੰਦਗੀ ਉਹ ਬਰਾਂਡੇ ਦੇ ਵਿੱਚ ਹੀ ਬੈਠ ਕੇ ਚਲੇ ਗਏ। ਕੋਈ ਉਹਨਾਂ ਦਾ ਕਮਰਾ ਨਹੀਂ ਹੈਗਾ ਭਗਤ ਪੂਰਨ ਸਿੰਘ ਜੀ ਹੁੰਦਾ ਦਾ। ਇਹ ਦੁਖਾਂਤ ਹੁੰਦਾ ਹੈ, ਘੱਟ ਕਮਿਊਨਿਟੀ ਹੋਵੇ, ਚੰਗੇ ਬੰਦੇ ਹੋਣ, ਬਹੁ ਗਿਣਤੀ ਵਾਲੇ ਲੋਕ ਉਹਨਾਂ ਨੂੰ ਦੁਨੀਆ 'ਚ ਅੱਗੇ ਨਹੀਂ ਆਉਣ ਦਿੰਦੇ। ਮਦਰ ਟਰੇਸਾ ਨੂੰ ਬਹੁਤ, ਮੈਂ ਇਹ ਨਹੀਂ ਕਹਿੰਦਾ ਸੇਵਾ, ਭਗਤ ਪੂਰਨ ਸਿੰਘ ਦੀ ਸੇਵਾ ਦੇ ਮੁਕਾਬਲੇ ਕੋਈ ਖਲੋ ਸਕੇਗਾ? ਇੱਕ ਪਾਕਿਸਤਾਨ 'ਚ ਹੈ ਈਦੀ, ਸ਼ਾਇਦ ਤੁਸੀਂ ਨਾਂ ਸੁਣਿਆ ਹੋਵੇ ਈਦੀ ਦਾ। ਬਸ ਉਸ ਬੰਦੇ ਦੀ ਸੇਵਾ ਮਾਨਵਤਾ ਪ੍ਰਤੀ, ਜਿਵੇਂ ਅੱਜ ਕੱਲ੍ਹ ਸਿੰਘ ਖਾਲਸਾ ਏਡ ਵਾਲੇ, ਮੈਂ ਕਹਿੰਦਾ ਇਹ ਗੱਲਾਂ ਨੇ ਜਿਹੜੀਆਂ ਲੋਕਾਂ ਨੂੰ ਦੱਸਣਗੀਆਂ ਸਿੱਖ ਕੌਣ ਨੇ। ਸਟੇਜਾਂ 'ਤੇ ਗਾਲਾਂ ਕੱਢ ਕੇ ਥੋੜ੍ਹਾ ਪਤਾ ਲੱਗੇਗਾ ਸਿੱਖ ਕੌਣ ਨੇ, ਗੁਣ ਦੱਸਣਗੇ ਸਿੱਖ ਕੌਣ ਨੇ। ਮੈਂ ਫਿਰ ਉਸ ਵਿਸ਼ੇ ਤੇ ਆਵਾਂ। ਉਹ ਮਨ 'ਚ ਮਹਾਰਾਜ ਕਹਿੰਦੇ ਆ, ਜੇ ਪ੍ਰਸਾਦ ਕਰੈ ਪੁੰਨ ਬੋ ਦਾਨ, ਜਦੋਂ ਦਾਨ ਕਰ ਲੈ ਮਨ 8 ਪੈਰ ਕਰ, 8 ਪੈਰ ਉਦਨ ਸਿਮਰਨ ਕਰ ਜਿੱਦਨ ਤੂੰ ਦਾਨ ਕੀਤਾ। ਉਹ ਆ ਗਿਆ ਜੀ, ਲੈ ਕੇ ਭਾਈ ਸਾਹਿਬ ਨੂੰ, ਬਾਬਾ ਖੜਕ ਸਿੰਘ ਬੈਠੇ ਸਨ। ਕਹਿੰਦਾ ਜੀ ਇਹ ਉਹ ਸੱਜਣ ਹੈ, ਬਾਬਾ ਜੀ ਨੇ ਵੀ ਦੇਖ ਲਿਆ ਵੀ ਉਹੀ ਆ ਗਿਆ। ਕਹਿਣ ਲੱਗੇ ਜੀ ਇੰਨੇ ਦਿਨ ਹੋ ਗਏ, ਸੇਵਾ 'ਚ ਪਾ ਲਈ ਜੀ? ਉਹ ਕਹਿੰਦੇ ਨੇ ਠੀਕ ਪਾ ਲਈ ਜੀ। ਤੇ ਕਹਿੰਦੇ ਨੇ ਉਹ ਨਾਂ ਨਹੀਂ ਕਿਤੇ ਲਿਖਿਆ। ਆਵਾਜ਼ ਦਿੱਤੀ, ਕਹਿਣ ਲੱਗੇ ਉਹ ਝੋਲਾ ਲਿਆਓ। ਝੋਲਾ ਲਿਆਂਦਾ, ਉਹ ਪੈਸੇ ਉਦੋਂ ਦੇ ਉੱਥੇ ਪਏ ਸਨ, ਚੁੱਕ ਕੇ ਮਾਰੇ, ਸਾਰੇ ਖਿਲਰ ਗਏ। ਕਹਿਣ ਲੱਗੇ ਗਿਣ ਕੇ ਆਪਣੇ ਲੈ ਜਾ, ਮੈਨੂੰ ਪਹਿਲੇ ਦਿਨ ਹੀ ਪਤਾ ਸੀ ਤੂੰ ਕਿਸ ਬਿਰਤੀ ਨਾਲ ਆਇਆ ਹੈ। ਮੈਂ ਇੱਕ ਬੇਨਤੀ ਕਰਾਂਗਾ, ਆਪੋ ਆਪਣਾ ਸੁਭਾਅ ਹੁੰਦਾ ਹੈ, ਪਰ ਇਹ ਨਹੀਂ ਵੀ ਅਸੀਂ ਹੁਣ ਭਗਤ ਰਵਿਦਾਸ ਸਾਹਿਬ ਨੂੰ, ਕਬੀਰ ਜੀ ਨੂੰ ਪੜ੍ਹਨੇ ਆ, ਰਵਿਦਾਸ ਸਾਹਿਬ ਸ਼ਬਦ ਵਰਤਦੇ ਆ। ਨਹੀਂ ਨਹੀਂ, ਇਹ ਮੇਰੀ ਸੰਗਤ ਪੋਜ ਸੋਚ ਦਿਨ ਰਾਤੀ ਮੇਰਾ ਜਨਮ, ਕਰਮ ਕੁਟਲਤਾ ਜਨਮ ਕੁਭਾਂਤੀ। ਭਗਤ ਕਬੀਰ ਸਾਹਿਬ ਨੂੰ ਪੁੱਛੋ, ਕਹੇਗਾ ਨਹੀਂ। ਇੱਥੋਂ ਤੱਕ ਇਹ ਭਗਤ ਰਵਿਦਾਸ ਸਾਹਿਬ ਕੁਝ ਥਾਵਾਂ ਤੇ ਕਰਮ ਕਾਂਡਾ ਜ਼ਿਕਰ ਪਰ ਸਿੱਧਾ ਚੈਲੰਜ ਨਹੀਂ ਕਰਨਗੇ ਛੇਤੀ, ਕਬੀਰ ਸਾਹਿਬ ਕਰੇਗਾ। ਅੱਜ ਸਵੇਰੇ ਜਨੇਊ ਦੀ ਗੱਲ ਚੱਲੀ, ਆਪਾਂ ਕਥਾ ਕਰ ਰਹੇ ਸਾਂ। ਉਹ ਕਹਿੰਦਾ ਵੀ ਜੇ ਆ 3 ਧਾਗੇ ਪਾ ਕੇ ਤੂੰ ਬ੍ਰਾਹਮਣ ਹੈ, ਤੇ ਮੇਰੇ ਪਿਓ ਦਾਦੇ ਤਾਂ ਬਹੁਤ ਵੱਡੇ ਸਨ। ਕਹਿੰਦਾ ਤੇਰੇ ਘਰ 3 ਧਾਗੇ ਨੇ, ਸਾਡੇ ਘਰ ਪਿੰਨੇ ਪਏ ਆ ਸੂਤਰ ਦੇ। ਪਿੰਨਾ ਸਮਝ ਗਏ ਨਾ ਆਪ ਜੀ, ਆ ਗੋਲ ਜਿਹਾ ਹੁੰਦਾ ਜਿਹੜਾ, ਇਹਨਾਂ ਸੂਤਰ ਸਾਡੇ ਘਰ ਪਿਆ, ਖੱਡੀਆਂ ਲੱਗੀਆਂ ਨੇ। ਜੇ ਧਾਗਿਆਂ ਨਾਲ ਰੱਬ ਖੁਸ਼ ਹੁੰਦਾ ਹੋਵੇ, ਸਾਡੀਆਂ ਤੇ ਖੱਡੀਆਂ ਵੀ ਬ੍ਰਹਮ ਗਿਆਨੀ ਨੇ। ਹਮ ਕਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਤੂੰ 3 ਧਾਗੇ ਪਾਈ ਬੈਠਾ, ਸਾਡੇ ਘਰ ਦਰੀਆਂ ਖੇਸ ਪੁੱਛ ਕੁਝ ਨਾ। ਇਹ ਸਾਰੇ ਧਾਗੇ ਨੇ, ਕਿੱਡੇ ਕਮਾਲ ਦਾ ਤਰਕ ਦੇ ਰਿਹਾ ਉਹਨੂੰ। ਮੈਂ ਚਲੋ ਵਿਸ਼ੇ ਤੇ ਆਵਾਂ। ਮਹਾਰਾਜ ਕਹਿੰਦੇ ਨੇ ਪਤ ਤੂੰ ਉਦਾਹਰਨ ਪਾਰ ਬ੍ਰਹਮ, ਜਾਤ ਕਰਕੇ ਜਿਨ੍ਹਾਂ ਨੂੰ ਪਤਤ ਕਿਹਾ, ਗੁਰੂ ਨੇ ਉਹਨਾਂ ਨੂੰ ਵੀ ਚੁੱਕਿਆ। ਕਿੰਨਾ ਚੁੱਕਿਆ? ਮਹਾਰਾਜ ਦਾ ਸ਼ਬਦ ਹੈ, ਮੇਰੀ ਜਾਤ ਕੁੱਟ ਬਾਂਡਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰੈ ਡੰਡੋਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਪ੍ਰਧਾਨ ਪੰਡਿਤ ਮੱਥਾ ਟੇਕਦਾ ਰਵਿਦਾਸ ਜੀ ਨੂੰ, ਵੇਦਾਂ ਦਾ ਗਿਆਤਾ ਮੱਥਾ ਟੇਕਦਾ ਹੈ, ਜਿਹਨੂੰ ਮੰਦਿਰ 'ਚ ਨਹੀਂ ਵੜਨ ਦਿੰਦੇ। ਮੈਂ ਕਹਿੰਦਾ ਉਹ ਪੰਡਿਤ ਕਿੰਨਾ ਖੁਸ਼ ਨਸੀਬ ਹੋਵੇਗਾ, ਉਸ ਬੰਦੇ ਦੀ ਈਗੋ ਕਿੰਨੀ ਮਰ ਗਈ ਹੋਵੇਗੀ ਜਿਹਨੂੰ ਚਮਾਰ ਕਹਿੰਦੇ ਸਨ, ਉਹਦੇ ਪੈਰ ਚੁੰਮ ਲਏ। ਇਹਦਾ ਮਤਲਬ ਉਹਦੇ ਅੰਦਰ ਬਖਸ਼ਿਸ਼ ਹੋਈ। ਉਹਨਾਂ ਫਿਰ ਇਸ ਬਖਸ਼ਿਸ਼ ਨੂੰ ਈਗੋ ਨਾਲ ਨਹੀਂ ਜੋੜਿਆ, ਵੇਖਿਆ ਝੁਕਾ ਦਿੱਤਾ। ਕਹਿੰਦੇ ਨਹੀਂ ਵਾਹਿਗੁਰੂ, ਮੇਰੇ ਭਰਾ, ਮੇਰੇ ਭਤੀਜੇ, ਮੇਰੇ ਚਾਚੇ ਤਾਏ ਅਜੇ ਵੀ ਪਸ਼ੂ ਢੋਂਦੇ ਨੇ, ਇਹ ਮੈਨੂੰ ਤਾਂ ਮੱਥੇ ਟੇਕਦੇ ਨੇ, ਤੂੰ ਮੇਰੇ ਅੰਦਰ ਵਸ ਗਿਆ ਹੈ ਨਾ। ਬਾਬਾ ਜੀ ਨੇ ਇੱਕ ਹੋਰ ਦਲੀਲ ਦਿੱਤੀ, ਗੁਰੂ ਨਾਨਕ ਸਾਹਿਬ ਜੀ ਨੇ, ਕਿਉਂਕਿ ਮੈਂ ਤਾਂ ਇਹ ਸ਼ਬਦ ਵਰਤਿਆ ਅੱਜ 2 ਅਰਥਾਂ 'ਚ ਲਿਆ ਕਿ ਇੱਕ ਨੂੰ ਸਮਾਜ ਨੇ ਪਤਿਤ ਕੀਤਾ ਹੈ, ਇੱਕ ਨੂੰ ਕਰਮਾਂ ਨੇ ਪਤਿਤ ਕੀਤਾ ਹੈ। ਸਮਾਜ ਤੌਰ ਤੇ ਪਤਿਤ ਵੀ ਉੱਚਾ ਉੱਠੇਗਾ ਸਿਮਰਨ ਕਰਕੇ, ਕਰਮਾਂ ਕਰਕੇ। ਇੱਕ ਜਿਹੜਾ ਸ਼ਬਦ ਹੈ ਤਿਲੰਗ ਰਾਗ 'ਚ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਇਹਦੇ ਅਖੀਰਲੀਆਂ ਤੁਕਾਂ ਨੇ ਕੇਸਰ ਕੁਸਮ ਮਿਰਗਮੈ ਹਰਨਾ। ਇਹ ਚਾਰਾਂ ਦੇ ਅਰਥ ਵੱਖਰੇ ਨੇ। ਕੇਸਰ ਕੁਸਮ ਮਿਰਗਮੈ ਹਰਨਾ, ਸਰਬ ਸ਼ਰੀਰੀ ਚੜਨਾ, ਚੰਦਨ ਭਗਤਾਂ ਜੋਤ ਅਨੇਹੀ, ਸਰਬੇ ਪਰਮਲ ਕਰਨਾ। ਕੇ ਪਟ ਭਾਂਡਾ, ਕੇ ਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਤੇਰਾ ਨਾਮ ਨਿਵੈ ਰਹਿ ਲਿਵਲਾਏ, ਨਾਨਕ 3 ਦਰ ਭੀਖਿਆ ਪਾਏ। ਹੁਣ ਇਹ ਸ਼ਬਦ ਜਿਹੜੇ ਦਾਸ ਨੇ ਬੋਲੇ ਨੇ, ਪੰਡਿਤ ਪ੍ਰੋਹਿਤ ਰਾਜਨੇਤਾ, ਇਹਨਾਂ ਵਰਗਾ ਚਲਾਕ ਬੰਦਾ ਕੋਈ ਨਹੀਂ ਜੀ ਦੁਨੀਆ 'ਚ। ਬੜੇ, ਮੈਂ ਉਦੋਂ ਵੀ ਕਿਹਾ ਫਲਾਣਾ ਪਖੰਡ ਕਰਦਾ, ਚਲਾਕੀ ਤੋਂ ਬਿਨਾਂ ਪਖੰਡ ਹੁੰਦਾ ਹੀ ਨਹੀਂ। ਉਹਨਾਂ ਕੀ ਚਲਾਕੀ ਵਰਤੀ, ਉਹਨਾਂ ਕਿਹਾ ਆ ਸੂਚੀ ਤਿਆਰ ਕੀਤੀ, ਆਹ ਚੀਜ਼ਾਂ ਜਿਹੜੀਆਂ ਨੇ ਭ੍ਰਸ਼ਟ ਨੇ,
पानी नूं हत्थ नहीं लाना, भ्रष्ट जाना है। दुੱਧ ਨੂੰ हत्थ नहीं लाना, ये भ्रष्ट जाना है। इस तरह ना जी, शूदर ने हत्थ ला दिता। तो ਜਿਹੜੀਆਂ चीज़ां महंगियां सन, कहंदे ने भावें चमार भी चुक ले, कोई नहीं भ्रष्ट दियां, पता सी महंगियां बड़ियां। हुण पहला शब्द है केसर। गुरु साहब कहंदे आ, अज तीकरा किसे ब्राह्मण नूं पुछ के देखो, मैं कला एक मिनट, किसे भी उच्ची जाति वाले नूं देखो कि जेड़ा तू मत्थे ते केसर दा तिरक लाया, ये केसर पट के किने लिआंदा सी, ये किन्ना किन्ना हत्थां नूं छूह के आया है। वो कहंदा छड्डो इहदी सुच पिटनी, दी शास्त्र नहीं मानदा, क्योंकि केसर महंगा है। हुण मैं कह दिया जिहनूं शूदर ने हत्थ लाया, एडी कीमती चीज़ जांच क्यों देनी? वो कहंदा नहीं नहीं, इहदी सुच पिट नहीं हुंदी। दूजी गल फुੱਲ, हुण फुੱਲ खिड़े ने, मालणी सवेरे जाएगी विचारी, फुੱਲ तोड़ के लियाएगी। कदी किसी ने पूछा कि जेड़े फुੱਲ तू तोड़ के लियाई है, तेरी जात की है? फुੱਲ दिते जाते, भेंट किए जाते। पर मैं एक थोड़ा जिहा वेरवा होर दे देना। एक दिन एक सज्जन साडे बोल रहे सन भी ये ਜਿਹੜੇ ਤੁਸੀਂ गुलदस्ते दरबार साहब चढ़ते हो, कबीर वेख के कहता है भूली मालनी है ਇਹੋ। वो खंडन कर रहा सी, फुੱਲ ना लैके आया करो। तो साडे बंदे वाह जी वाह, नवीं गल सुनाई। मैं क्या गल चेते रखियो, उत्थे कबीर साहब कहते ने, जे ये मूर्त साची है तो गड़नहारे खाओ, जिन्हों तू फुੱਲ लैके आया ये नरजिंद है। पर जिस गुरु ग्रंथ साहब अगे फुੱਲ चाड़ना पे, सतगुर जागता है देओ। समझ गया ना जी? उत्थे हुण आपां कहिए जी मैनूं हैरानगी होई, नवीं गल सुनाती जी। वो गल सुनो तो सही, उत्थे कह रहा ये नरजिंद है जिन्हों फुੱਲ भेंट कर रहा है। गुरु ग्रंथ साहब च एक शब्द आउंदा है कि जदों हाथी फस गया, उन्हें कमल का फुੱਲ भेंट किया सी रब नूं। आउंदा ना शब्द बाणी च, उन्हें कमल का फुੱਲ भेंट किया। हुण फुੱਲ जिहड़ा उहनूं कीमती समझदे आ। कदी किसी ने पूछा भी जिहड़ा सेहरा तुसीं मंदिर च लैके जांदे हो, ये किहड़ी जात दा माली सी? कहंदे ने पवित्र ही है। केसर कुसम मिर्गमय, आ जिहड़ी हुण असीं कस्तूरी दी गल, मिर्ग मध मिर्गमय, ओहदी कस्तूरी चो, नाभि चो कस्तूरी निकली। हुण जिन्ने उहनूं मारिया वो सारस्वती ब्राह्मण थोड़ा सी, शिकारी दी जात की सी? जिन्हें उन्हें पेट चाक किया, उन्होंने चीरिया, जिन्हें आंदरां च हत्थ पा के कस्तूरी कड्डी, उन्होंने पूछा तू किहदे हत्थां नाल निकली? वो कहंदा नहीं नहीं, जिहदे मर्जी हत्थां नाल निकली, पवित्र ही रहिंदी, वो भी बड़ी कीमती है। तीसरा शब्द है खरना। कुछ विद्वानां ने खरना दे अर्थ कीते ने खरन, पर हरना दा अर्थ है सोना। हरना दा अर्थ सोना भी है। केसर कुसम मिर्गमय खरना। हुण सोना जिन्हों शूदर कहंदे आ, ओहदी झोंपड़ी चो बीबी ने 2 तोलियां दे कांटे जिहड़े ने, वालियां कह लो, कांटे कह ले, सुनार नूं वेच गई। उदों बाद आ गया खरीदण वाला। कदी सुनार कहंदा आ सोना जिहड़ा है 500 तोले घट सस्ता जे, ये सस्ता जे 500 तोले। क्यों? क्योंकि शूदर की घर वाली ने पाया से। वो कहंदा गल सुनो, इनू ब्राह्मणी पाए भावें शूदर नहीं पाए, इहदा रेट इक्को ही रहना है। अगला पूछे पिटिया नहीं? वो कहंदा नहीं, सोने की सुच पिट नहीं हुंदी, केसर की सुच पिट कोई नहीं, फुੱਲ की सुच पिट नहीं, मिर्ग की कस्तूरी की सुच पिट नहीं, सोने की सुच पिट नहीं। केसर कुसम मिर्गमय करना, सर्व शरीर ही चढ़ना। इन्हों हर कोई शरीर ते प्रवान करता है। बाबा जी कहते हैं सुनो ए, भावें कपड़े रंगण वाले का पुत्र होवे, चमड़े गंढण वाले का पुत्र होवे, भावें कपड़े सीण वाले का पुत्र होवे, हल वाहण वाले का पुत्र होवे, जिदे अंदर रब का प्रकाश हो गया, वो सारिया थावां ते प्रवान है, वो पतत नहीं रहिंदा। सर्व शरीर ही चढ़ना। चंदन भगता जोत अनेगी सरबे, परमल करना भगत ता चंदन की तरह है। चंदन कोलों खवा निकले, वो लिहाज नहीं करता, अपनी सुगंधी देंदा, वितकरा नहीं करता। ते भगत कोलों किसी भी जात का लंघ जाओ, सब ते कृपा कर दिंदा। सरबे पलमल कला। अगली तो कह के पट भांडा कहे ना कोई। हुण पैकिंग घ्यो की बदल गई, प्लास्टिक के डब्बे आ गए, टीन आ गए। पर पहला बजुर्गों को पता है, जिहड़ा घ्यो सी कच्चा चमड़ा लैके उहदे कुप्पे बनाते सन, उहदे कुप्पियां च घ्यो पाते सन, कच्चे चमड़े के कुप्पे। तो हुण जदों घ्यो लैके गए, पुछया जी ये तो चमड़े के कुप्पे चो आया, वैगुरू बाबा जी कह रहे शब्द। वो अगला कहता नहीं नहीं, ये भावें कुप्पे च पाया गया, पर यह पवित्र दा पवित्र है। इस भुलेखे च ना पिओ। वो घ्यो निकलिया, उहदे विचों, उस चमड़े विचों निकलिया जिहड़ा डंगर तूड़ी खांदा है।
महाराज कहते सुच पिट की घिओ ही पवित्र ते खद्दर दा कपड़ा किते शूज है, वो कहता चुक चुक कपड़ा बाहर सट्टो, साड़ दो इनू, इनू शूदर ने हथ लाया। तो रेशमी कपड़ा कहता भावें शूदर पा भी लो, लै हो जे मेरे को पवित्र दा पवित्र ही, वह भी कीमती है। के पट भांडा कहे ना कोई, ऐसा भगत वर्णमय होए, तेरा नाम निवै रहे लिवलाए, नानक तिन दर भीख्या पाए। एक तो बेनती सी जेड़े जात करके पतत कहे, उन्होंने गुरु ने पवित्र किया रब ने। दूजी गल, जिन्होंने कर्म पतत किए, जात करके जिन्होंने वैगुरु पतत किया, मैं शब्द पवित्र, जिन्होंने जात करके पतत किया, एक इन्होंने कर्म पतत किए। हुण हर धर्म के पाप भी वखरे वखरे जे, जिन्हों असी पतत कहने हाँ, हिंदू कहता है अज धर्मी बन गया, जिन्हों तो पहला मुंडन करता है जी, तो अपने च जे केस की कतल किए तू पतत हो गया। इस तरह ना जी। उंज गुरु ग्रंथ साहब ने जिहड़े सनातन 4 बज्जर पाप सन, उन्हां दा जिक्र बाणी च कीता है। उहने ब्राह्मण, कैली, घात, कंजका, अणचारी का धान, ये पतत कर्म ने। ब्राह्मण ਇਹਦਾ मतलब ब्रह्म ज्ञानी की हत्या करनी। चलो ब्राह्मण का अर्थ कई गल्लां कम्यूनिटी नाल, ब्रह्म नूं पहचानण वाला उहदा कतल करना। कैली कपल गऊ, गां नूं मारना। अगला शब्द घात कंजकां, कंजकां का अर्थ आप जो निक्कियां निक्कियां जमदियां बच्चियां नूं मारना, जिन्हों अज भरूण हत्या कहिंदे आ। ब्राह्मण, कैली, घात, कंजकां। हुण चौथा जिहड़ा अणचारी का धान, पापी बंदे दे घर दी रोटी खानी बंदा पतत हो जाता है। बाणी मुताबिक यह आया। इनू गुरु साहब ने भी कहा कि चारे किल विख उन अग किए होवा असुर संघार। मैं फिर बेनती करांगा कि पतत कर्म वो जेड़े सचमुच बंदे दे अंदर मलीनता पैदा करते आ, जिन्हां कम्मां तो गुरु वरजदा है। हुण साडी रहत मर्यादा च जी जेड़े 4 पतत दसे जी, ये 4 कर्म बज्जर करैता जिन्हों कहने केसां दा नशा, तमाकू आदि, कुठा मास उत्ते शब्द लिखे। पर मैं ये नहीं कि मैं तुसीं समझो खोरे भाई साहब खांदे होने तां ही चुप कर गए। ये मसला इहो जिहा, इहनूं खिच्चो भी ना। वाहिगुरू जी इत्थे अगली गल कि पराया धन, ये शब्द वरते ते आप पाठ करियो कदी। ये शब्द आपां लिखे दे ना, रहत मर्यादे आधार बनाया गुरु ग्रंथ साहब नूं। जदों गुरु ग्रंथ साहब का पाठ करोगे, 2 कर्म ऐसे ने जिन्हां की सज़ा बराबर है। पराए तन की सारे गल करने, पर गुरु ग्रंथ साहब कहते आ जिहड़ा बंदा पराई निंदिया करदा वो इन्ना ही पापी है जिन्ना पराए तन वाला है। ये तो रोज़ पत धुने पे, किन्ना स्वाद लेने निंदिया कर करके। पाठ करियो कि मन रे कौन कुमत है नीलीनी, अगे की पर दारा, दोनों इकट्ठे कर देते। पर दारा निंदिया रस रचियो राम भगत ने कीनी, पर उत्थे लिखिया नहीं भी निंदिया एक पतत कर्म है, पर इनू सारे करने पे। गुरमुखो फिर अगे तुरीए, शरीरक तौर पर मैं कर्मां तो बचा लाँगा, पर गुरु कहता उस तो अगे चल, तेरी सुरत करके फुरनिया करके पतत ना रोज हो जाए। जेड़े बंदे फुरने करके भी पतत हुंदे आ, गुरु उन्होंने भी पवित्र कर दिंदा। कर्म तो बहुत। हुण देखो आप पाठ करोगे, दोनों इकट्ठे होंगे। पर धन, पर तन, तीजा शब्द की है परती निंदा, दोनों इकट्ठे रख देते। कल असी एक प्रमाण लिया सी कि पर तेरे रूप ना पेख है नेत्र। इस तो अगला सी कर ना सुने काहू की निंदा। निंदा चिंदा करें पराई, झूठी लाए अतबारी। निंदिया पहला कही, वेल पराई जो है जेड़े करे चोरी बुरियाई। उत्थे मारे इनू भाई साहब ने कहा, हों तिस घोल कमाया पर नारी दे नेड़ ना जावे, हों तिस घोल कमाया पर नंदा सुना पटावे। सच्ची जी मैं पाठ कर दिया, मैं कांबू ठेकरी मैं मना, ये बाहरों रौला पाई जने। गुरु होर भी कहता पतत कर्म ने। हुण उस कर्म जिन्ने कर्म कीते पतत, पर मन च आया कि वाहिगुरू हुण तू बख्श दे। गुरु साहब कहते बड़ा समर्थ है, गल तक पाप कीते होण, सच ए वे तू एक बारी तोबा कर लै। तोबा का अर्थ दूजे दिन फिर ना शुरू कर दी। फिर बेनती सुनो, ये भी बड़ा सिस्टम चलता है जी।
ਕਈ ਡੇਰੇਦਾਰਾਂ ਨੇ ਕਾਰਡ ਬਣਾਏ ਨੇ, ਉਹ ਕਾਰਡ ਰਿਨਿਊ ਕਰਾ ਲਿਆਉਂਦੇ, ਜਿਵੇਂ ਹੁੰਦਾ ਨਹੀਂ ਆਪਣਾ ਲਾਇਸੈਂਸ ਕਰਾ ਲਿਆ ਜੀ, ਗ੍ਰੀਨ ਕਾਰਡ ਕਰਾ ਲਿਆ ਜੀ, ਉਹ ਜੀ ਦਸਤਖਤ ਕਰਤੇ ਤੇਰੇ ਕੱਟੇ ਗਏ। ਭੋਲੇ ਭਾਲੇ ਲੋਕ ਇਸ ਤਰ੍ਹਾਂ ਤੀਰਥ ਤੇ ਵੀ ਸੀ, ਪਾਪ ਕਰਾਂ ਪੰਚਾਂ ਕੇ ਬਸਰੇ ਤੀਰਥ ਨਹਾਏ। ਕਹਿੰਦੇ ਉਹਦੇ ਬਾਹਮਣ ਨੇ ਕਿਹਾ ਤੂੰ ਦਾਨ ਕੀਤਾ ਤੇਰੇ ਪਿਛਲੇ ਖਤਮ। ਉਹ ਕਹਿੰਦਾ ਚਲੋ ਰਿਨਿਊ ਹੋ ਗਿਆ, ਹੁਣ ਬੌਰ ਕਮਾਵੈ ਆਏ ਨਿਸੰਕ ਜੰਪੁਰ ਬਾਂਧ ਖਰੇ ਕਲੰਕ। ਤੋਬਾ ਦਾ ਅਰਥ ਕਿ ਤੂੰ ਪਾਪ ਕੀਤਾ, ਪਰ ਪਾਪ ਕਰਨ ਤੋਂ ਬਾਅਦ ਸੱਚ ਐਵੇਂ ਅਰਦਾਸ ਕਰ, ਦਾਤਾ ਹੁਣ ਇਸ ਜਿਲਨ ਚ ਮੈਨੂੰ ਨਾ ਡਿੱਗਣ ਦੇਈਂ। ਫਿਰ ਦੇਖਿਓ ਤੁਸੀਂ ਰੱਬ ਕਿੰਨੀ ਕਿਰਪਾ ਕਰਦਾ ਹੈ। ਹੁਣ ਜੇ ਇਹ ਮਜ਼ਾਕ ਕਰੀਏ ਵੀ ਸਵੇਰੇ ਦੇਖ ਕਰਾਈ ਸੀ, ਰਾਤੀ ਦਾਰੂ ਪੀਤਾ ਸੀ, ਕੱਲ ਨੂੰ ਫਿਰ ਕਰਾ ਦਿਆਂਗੇ, ਨਹੀਂ ਨਹੀਂ, ਇਹ ਲੋਗਣ ਰਾਮ ਖਲੋਣਾ ਜਾਣਾ, ਉਹ ਨਹੀਂ ਜੇ ਬਖਸ਼ਿਆ ਜਾਏਗਾ। ਗੁਰੂ ਸਾਹਿਬ ਬਚਨ ਕਰਦੇ ਆ, ਮੰਨ ਲਓ ਉੱਠਿਆ ਮੈਂ ਪਾਪ ਕਰਮ ਕੀਤੇ। ਮੈਂ ਆਪ ਜੀ ਨੂੰ ਇੱਕ ਵਾਰੀ ਕਿਹਾ ਸੀ, ਵੇਖੋ ਕੱਲ ਵੀ ਦੁਪਹਿਰੇ ਮੈਂ ਕਿਹਾ, ਗੁਰੂ ਗ੍ਰੰਥ ਸਾਹਿਬ ਨੇ ਅਜਾਮਲ ਦਾ ਜ਼ਿਕਰ ਕੀਤਾ ਹੈ, ਪਰ ਅਜਾਮਲ ਦੀ ਤੁਲਨਾ ਰਵਿਦਾਸ ਨਾਲ ਨਹੀਂ ਦਿੱਤੀ। ਕਿਤੇ ਤੁਸੀਂ ਪੜ੍ਹਿਆ? ਗਨਕਾ ਦੀ ਨਹੀਂ ਦਿੱਤੀ। ਦੋਨਾਂ ਦੇ ਪਤਿਤ ਕਰਮ ਨੇ। ਅਜਾਮਲ ਕਥਾਵਾਚਕ ਸੀ ਜੀ, ਪਾਪੀਆਂ ਵਾਲਾ ਕਰਮ ਕਰ ਲਿਆ। ਪਰ ਇੱਕ ਗੱਲ ਹੋਰ, ਭਾਈ ਸਾਹਿਬ ਦੀ ਰਚਨਾ 'ਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਜਿਹੜੇ ਆ ਕਹਿੰਦੇ ਆ ਨਾ ਜੀ ਇਹ ਵਾਹਿਗੁਰੂ ਵਾਹਿਗੁਰੂ ਦਾ ਕੀ ਫਾਇਦਾ, ਉਹ ਗੁਰਮੁਖੋ ਅਜਾਮਲ ਤੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਸੀ, ਪੁੱਤਰ ਏਤ ਪੁਕਾਰਿਆ ਨਾਰਾਇਣ ਨਾਰਾਇਣ ਮੇਰੇ ਬੱਚੇ ਆ। ਪਰ ਗੁਰੂ ਨੂੰ ਪਤਾ ਸੀ ਕਿ ਇਹਨੇ ਨਾਰਾਇਣ ਦਾ ਅਭਿਆਸ ਕੀਤਾ ਹੈ, ਅੰਦਰ ਹੈ ਇਹਦੇ। ਤੇ ਜਦੋਂ ਉਸ ਗੁਰੂ ਕੋਲ ਜਾ ਕੇ ਕਿਹਾ ਵੇਸ਼ਵਾ ਤੋਂ ਪੁੱਤਰ ਜੰਮੇ, ਤੇ ਉਹਨੇ ਕਿਹਾ ਮੈਂ ਉਹ ਵਿਦਵਾਨ, ਉਹ ਮੈਂ ਮਰ ਗਿਆ, ਮੈਂ ਰੁਲ ਗਿਆ। ਗੁਰੂ ਨੇ ਕੰਮ ਕਿਹਾ ਜਿਹੜਾ ਪੁੱਤਰ ਅਗਲਾ ਜਨਮ ਲੈਣ ਲੱਗਾ ਇਹਦਾ ਨਾਂ ਗੁਰਦੁਆਰੇ ਜਾ ਕੇ ਰੱਖੀ। ਭਾਈ ਸਾਹਿਬ ਨੇ ਗੁਰਦੁਆਰਾ ਲਿਖਿਆ ਜੀ, ਗੁਰੂ ਨੇ ਨਾਮ ਦਿੱਤਾ। ਅੱਜ ਅਸੀਂ ਗੁਰਦੁਆਰੇ ਨਾਮ ਰਖਾਉਂਦੇ ਹਾਂ, ਪਰ ਆਪਾਂ ਉਹ ਨਾਮ ਨਹੀਂ ਲੈਂਦੇ ਜਿਹੜਾ ਗੁਰੂ ਨੇ ਦਿੱਤਾ ਹੈ। ਸੁੰਗ ਸਿੰਘ ਕੌਰ ਤੇ ਉਂਝ ਹੀ ਉੱਡ ਗਿਆ। ਵਾਹਿਗੁਰੂ ਜੀ ਇਹੀ ਹੈ ਨਾ, ਸਾਰੇ ਫਲਾਣਾ ਵਿਰਕ ਜੀ, ਫਲਾਣਾ ਗਿੱਲ ਜੀ, ਫਲਾਣਾ ਬਾਜਵਾ ਜੀ, ਫਲਾਣਾ ਮਾਨ ਜੀ, ਉਹ ਗੁਰਮੁਖੋ ਕੌਰ ਤੇ ਸਿੰਘ ਗੁਰੂ ਦਾ ਦਿੱਤਾ ਸ਼ਬਦ ਜੇ ਅਜਾਮਲ ਗੁਰੂ ਦੇ ਦਿੱਤੇ ਪੁੱਤਰ ਦੇ ਨਾਮ ਨਾਲ ਤਰ ਸਕਦਾ ਹੈ, ਪੁੱਤਰ ਧੀ ਨੂੰ ਆਵਾਜ਼ ਮਾਰੋ ਗੁਰੂ ਦੀ ਯਾਦ ਆਵੇਗੀ। ਅਜਾਮਲ ਪਾਪ ਕਰਮ ਕੀਤੇ, ਗਨਕਾ ਨੇ ਪਾਪ ਕਰਮ ਕੀਤੇ। ਚਲੋ ਇਹ ਤਾਂ ਦੋ ਉਦਾਹਰਨਾਂ ਬਾਣੀ ਚ ਪੁਰਾਣਕ ਨੇ। ਕੁਬਜਾ ਨੇ ਪਾਪ ਕਰਮ ਕੀਤਾ, ਬਾਣੀ ਨੇ ਸ਼ਬਦ ਵਰਤਿਆ ਕੁਬਜਾ ਬਾਰੇ ਵੀ। ਪਰ ਜਦੋਂ ਨਾਮ ਨਾਲ ਜੁੜੇ, ਜਿਹਨੂੰ ਲੋਕ ਗਨਕਾ ਕਹਿੰਦੇ ਸਨ, ਪਤਤ ਉਦਾਹਰਨ ਪਾਰ ਬ੍ਰਹਮ, ਬਾਬਾ ਜੀ ਨੇ ਕਿਹਾ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਤਰੀ ਤਾਂ ਕੋ ਜਸ ਉਰਤਾਰੋ। ਇਹਦੇ ਵਿੱਚ ਇੱਕ ਅਖੀਰਲਾ ਬਚਨ ਹੈ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ। ਤੂੰ ਪਾਰ ਹੋ ਜਾਏਗਾ। ਅਜਾਮਲ ਵੀ, ਗਨਕਾ ਵੀ। ਤੇ ਦਾਸ ਨੇ ਇੱਕ ਵਾਰ ਆਪ ਜੀ ਨੂੰ ਕਿਹਾ ਸੀ ਕਿ ਸੱਚੀ ਹੈ ਕਿ ਲੋਕ ਖੁਸ਼ ਹੁੰਦੇ ਨੇ ਉਹਦਾ ਜੀਵਨ ਵੇਖ ਕੇ, ਸਾਧੂ ਕਈ ਵਾਰੀ ਡਿੱਗੇ ਹੋਏ ਜੀਵਨ ਤੇ ਵੀ ਖੁਸ਼ ਹੋ ਕੇ ਉਹਨੂੰ ਤਾਰ ਜਾਂਦਾ ਹੈ। ਆਪਾਂ ਕਹਾਂਗੇ ਡਿੱਗਾ ਹੋਇਆ ਜੀਵਨ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਉਸ ਤੋਤਾ। ਉਹਨਾਂ ਵੇਖਿਆ ਗਨਕਾ ਮਰ ਗਈ ਪਾਪਾਂ 'ਚ, ਉਹਨੂੰ ਤੋਤਾ ਦਿੱਤਾ, ਸੱਚਮੁੱਚ ਉਹ ਬੰਦਗੀ ਕਰਦੀ ਰਹੀ। ਗੁਰੂ ਗ੍ਰੰਥ ਸਾਹਿਬ 'ਚ ਪੁੱਛੋ ਉਹ ਕਿਸ ਅਵਸਥਾ ਤੇ ਪਹੁੰਚੀ। ਭਗਤ ਨਾਮਦੇਵ ਜੀ ਕਹਿੰਦੇ ਆ ਕਿ ਅਸਲ 'ਚ ਗਨਕਾ ਇੰਨੀ ਬੰਦਗੀ ਕੀਤੀ, ਜਿਹਨੂੰ ਬਹੁਤ ਪਿਆਰ ਕਹਿੰਦੀ ਕਰੀਏ, ਕਹਿੰਦੇ ਆ ਤੂੰ ਤਾਂ ਮੇਰੀਆਂ ਅੱਖਾਂ ਦਾ ਤਾਰਾ ਹੈ। ਰੱਬ ਨੇ ਕਿਹਾ ਜਿਹਨੂੰ ਗਨਕਾ ਪਾਪਣ ਕਹਿੰਦੇ ਸੋ ਮੇਰੇ ਅੱਖਾਂ ਦੀ ਪੁਤਲੀ ਹੈ। ਸੋਆ ਪੜਾਵਤ ਗਨਕਾ ਤਰੀ ਨਾਮਦੇਵ, ਸੋ ਹਰ ਨੈਨੋ ਕੀ ਪੁੱਤਰੀ। ਪੁੱਤਰੀ ਦਾ ਅਰਥ ਹੈ ਪੁਤਲੀ। ਰੱਬ ਨੇ ਅੱਖਾਂ ਦੀ ਪੁਤਲੀ ਬਣਾ ਲਿਆ ਜੇ ਪਾਪ ਕਰਨ ਵਾਲੀ ਨੇ ਬੰਦਗੀ ਕੀਤੀ। ਗੁਰੂ ਸਾਹਿਬ ਕਹਿੰਦੇ ਆ ਜਿਉਂਦੇ ਜੀ ਕੱਲ ਵੀ ਮੈਂ ਕਿਹਾ ਤੂੰ ਮਨ ਇਹ ਹੋ ਗਏ ਪਾਪ। ਦੇਖੋ ਗੁਰੂ ਘਰ 'ਚ ਤੁਹਾਨੂੰ ਪਤਾ ਹੈ ਜਿਨ੍ਹਾਂ ਨੂੰ ਲੋਕ ਪਾਪੀ ਕਹਿੰਦੇ ਸਨ, ਗੁਰੂ ਨੇ ਪ੍ਰਚਾਰਕ ਬਣਾ ਦਿੱਤੇ। 22 ਮੰਜੀਆਂ ਵਿੱਚੋਂ 2 ਮੰਜੀਆਂ ਐਸੀਆਂ ਨੇ ਗੁਰੂ ਅਮਰਦਾਸ ਦੀਆਂ ਦਿੱਤੀਆਂ, ਜਿਨ੍ਹਾਂ ਦੋਵੇਂ ਜੀ ਬੈਠਦੇ ਆ ਮੰਜੀ ਤੇ, ਇੱਕ ਸੱਚਨ ਸੱਚ ਦੀ ਤੇ ਇੱਕ ਮੱਥੋ ਤੇ ਮੁਰਾਰੀ ਦੀ। ਭਾਈ ਸੱਚਨ ਸੱਚ ਜਿਹਨੂੰ ਮਹਾਰਾਜ ਨੇ ਜੋੜਾ ਦਿੱਤਾ, ਚਲੋ ਇਹਦੀ ਵੱਖਰੀ ਇਹ ਸਾਖੀ ਹੈ। ਦਾਸ ਨੇ ਉਹ ਜੋੜੇ ਦੇ ਦਰਸ਼ਨ ਵੀ ਕੀਤੇ ਆ, ਗੁਰੂ ਅਮਰਦਾਸ ਦਾ ਜੋੜਾ। ਪਰ ਜਿਹੜਾ ਮੱਥੋ ਮੁਰਾਰੀ ਹੈ,
ਮੱਥੋ ਤਾਂ ਬੇਟੀ ਦਾ ਨਾਮ ਹੈ, ਭਾਈ ਸ਼ੀਂਹ ਦੀ ਬੇਟੀ ਮੱਥੋ। ਤੇ ਜਿਹੜਾ ਮੁਰਾਰੀ, ਉਹਦਾ ਮਾਪਿਆਂ ਨੇ ਨਾਮ ਮੁਰਾਰੀ ਨਹੀਂ ਰੱਖਿਆ। ਲਾਹੌਰ ਦੇ ਨਜ਼ਦੀਕ ਰਹਿਣ ਵਾਲਾ, ਇਹਦਾ ਨਾਮ ਪ੍ਰੇਮਾ ਸੀ। ਬੜਾ ਰੁਪਈਆ ਜੀ, ਕੱਲਾ ਕੱਲਾ ਮਾਪਿਆਂ ਦਾ ਪੁੱਤਰ। ਮਾਂ ਪਿਓ ਦੀ ਮੌਤ ਹੋ ਗਈ, ਕੁਛ ਸੰਗ 'ਚ ਪੈ ਗਿਆ, ਵਹਿ ਤੁਰਿਆ। ਯਾਰਾਂ ਮਿੱਤਰਾਂ ਦੋਸਤਾਂ ਨੇ ਕਿਹਾ ਤੇਰੇ ਵਰਗਾ ਕੋਈ ਨਹੀਂ। ਖਾਂਦਾ ਰਿਹਾ, ਪੀਂਦਾ ਰਿਹਾ, ਰੱਜ ਕੇ ਪਾਪ ਕਮਾਏ। ਉਧਰੋਂ ਪੈਸਾ ਮੁੱਕ ਗਿਆ, ਉਧਰੋਂ ਸਰੀਰ ਜਵਾਬ ਦੇ ਗਿਆ, ਤਾਨੂੰ ਕੋੜ ਦਾ ਰੋਗ ਲੱਗ ਗਿਆ। ਗਲ 'ਚ ਲੋਕਾਂ ਨੇ ਭਾਂਡਾ ਪਾਤਾ, ਇਹ ਤੋਂ ਦੂਰ ਰਿਓ, ਦੂਰੋਂ ਸਟਿਓ ਰੋਟੀ। ਕਿਸੇ ਨੇ ਕਿਹਾ ਇੱਕ ਕੰਮ ਕਰ, ਗੋਇੰਦਵਾਲ ਦੇ ਕੰਢੇ ਰਹਿਮਤਾਂ ਦਾ ਦਾਤਾ ਗੁਰੂ ਅਮਰਦਾਸ ਬੈਠਾ ਹੈ, ਜਿਵੇਂ ਕਿਵੇਂ ਉਹਦੇ ਬੂਹੇ ਤੇ ਪਹੁੰਚ ਜਾ, ਤੂੰ ਠੀਕ ਹੋ ਜਾਏਗਾ। ਉਹ ਕਹਿੰਦਾ ਮੈਂ ਕੰਮ ਬੜੇ ਗੰਦੇ ਕੀਤੇ, ਬੜਾ ਪਾਪ ਕੀਤਾ ਮੈਂ। ਤੇ ਮੈਂ ਉਸ ਦਿਨ ਵੀ ਕਿਹਾ ਸੀ, ਅੱਜ ਜਿਹੜਾ ਫੜਿਆ ਜਾਂਦਾ ਉਹ ਪਾਪੀ ਹੈ, ਜਿਹੜਾ ਪਰਦੇ 'ਚ ਕਰਦਾ ਉਹ ਉਪਦੇਸ਼ਕ ਹੈ। ਉਹਨੇ ਕਿਹਾ ਮੈਂ ਪਾਪ ਬੜੇ ਕੀਤੇ। ਸੱਚਮੁੱਚ ਸੰਗਤ ਲੰਘਦੀ ਪਈ ਏ, ਸ਼ਬਦ ਕੰਨਾਂ 'ਚ ਪਿਆ। ਉਹਨੇ ਵਿਚਾਰੇ ਨੇ ਰੋ ਕੇ ਕਿਹਾ, ਕੋੜੀ ਪ੍ਰੇਮੀ ਨੇ, ਤੁਸੀਂ ਕੌਣ ਹੋ, ਕਿੱਥੇ ਚੱਲੇ? ਕਹਿੰਦੇ ਆ ਗੁਰੂ ਕੀਆਂ ਸੰਗਤਾਂ ਨੇ, ਗੋਇੰਦਵਾਲ ਚੱਲੀਆਂ ਨੇ। ਤਰਲਾ ਲੈ ਕੇ ਕਹਿੰਦਾ ਮੇਰੇ ਤੇ ਪਰਉਪਕਾਰ ਕਰੋ, ਮੈਨੂੰ ਇੱਕ ਵਾਰੀ ਉੱਥੇ ਪਹੁੰਚਾ ਦਿਓ। ਸੱਚਮੁੱਚ ਇੱਕ ਨੌਜਵਾਨ ਨੇ ਮੋਢਿਆਂ ਤੇ ਚੁੱਕ ਲਿਆ, ਗੁਰੂ ਰਾਮ ਅਮਰਦਾਸ ਦਾ ਵਾਸਤਾ ਪਾਇਆ ਉਹਨੇ ਚੁੱਕ ਮੋਢਿਆਂ ਤੇ ਲਿਆ, ਕੋਈ ਨਫ਼ਰਤ ਨਹੀਂ ਕੀਤੀ। ਸ਼ਬਦ ਪੜ੍ਹਦੀਆਂ ਸੰਗਤਾਂ ਗੋਇੰਦਵਾਲ ਆ ਗਿਆ, ਮਹਾਰਾਜ ਦੇ ਦਰਸ਼ਨ ਕੀਤੇ। ਗੁਰੂ ਸਾਹਿਬ ਦੇ ਦੀਦਾਰ, ਬਾਹਰ ਬਹਿੰਦਾ ਸੰਗਤ 'ਚ। ਬਾਬਾ ਬੁੱਢਾ ਸਾਹਿਬ ਇੱਕ ਦਿਨ ਲੰਘੇ, ਕਹਿਣ ਲੱਗੇ ਧੀਰਜ ਨਾ ਛੱਡੀ, ਇਹ ਦਰ ਨਾ ਛੱਡੀ। ਉਹ ਰੋ ਪਿਆ, ਕਹਿੰਦਾ ਮੈਂ ਬੜੇ ਪਾਪ ਕੀਤੇ, ਮੇਰੀ ਬੋਡੀ ਸਾਰੀ ਗਲ ਗਈ। ਉਹ ਅੱਗੋਂ ਕਹਿੰਦੇ ਆ ਘਬਰਾ ਨਾ, ਤੂੰ ਤਾਂ ਖੁਸ਼ਕਿਸਮਤ ਤੇ ਜਿਹੜਾ ਆਪ ਪਹੁੰਚ ਗਏ। ਇਹ ਉਹਦਾ ਘਰ ਹੀ ਜਿਹੜਾ ਕੋੜੀ ਦੇ ਘਰ ਕੁੰਡਾ ਖੜਕਾ ਕੇ ਆਪ ਚਲਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਵੱਲ ਇਸ਼ਾਰਾ ਕੀਤਾ। ਆਪ ਨੂੰ ਪਤਾ ਹੋਵੇ, ਪਹਿਲਾ ਕੋੜੀ ਆਸ਼ਰਮ ਗੁਰੂ ਅਰਜੁਨ ਦੇਵ ਜੀ ਨੇ ਤਰਨ ਤਾਰਨ ਸਾਹਿਬ ਬਣਾਇਆ ਸੀ। ਮਹਾਰਾਜ ਆਪਣੇ ਵੇਲੇ ਬਣਾਇਆ ਸੀ ਕੋੜੀ ਆਸ਼ਰਮ, ਇਹਨੂੰ ਸ਼ੋਧਦਾ ਰੋਗ ਕਹਿੰਦੇ ਸਨ। ਉੱਥੇ ਜੀ ਇਹ ਸੰਗਤ 'ਚ ਬਹਿ ਲੱਗਿਆ। ਜਦੋਂ ਸੰਗਤ ਲੰਘਣੀ ਨੇ ਧੂੜ ਆਪਣੇ ਪਿੰਡੇ ਤੇ ਲਾਣੀ ਕਰਨੀ, ਕਿੱਡੀ ਆਸਤਾ, ਧੂੜ ਲਾਣੀ ਪਿੰਡੇ ਤੇ। ਲੰਘਦਿਆਂ ਨੇ ਇੱਕ ਇੱਕ ਤੁਕ ਸਿਖਾਣੀ ਸ਼ੁਰੂ ਕਰ ਦਿੱਤੀ, ਸਿਮਰਨ ਕਰਨ ਲੱਗ ਪਿਆ। ਕੁਝ ਦਿਨਾਂ ਬਾਅਦ ਕੀ ਹੋਇਆ, ਜਿਹਦੇ ਜ਼ਖਮ ਭਰਨ ਲੱਗ ਪਏ। ਫਿਰ ਇਹ ਇੱਕ ਤੁਕ ਹੀ ਗਾਉਣ ਲੱਗ ਪਿਆ, ਗਿਆ ਕਛੋਟਾ ਲੱਦਾ ਫੇਰ, ਗਿਆ ਕਛੋਟਾ ਲੱਦਾ ਫੇਰ। ਜਦੋਂ ਲੰਘਣਾ ਤੇ ਕਿਸੇ ਕਿਹਾ ਮਹਾਰਾਜ ਉਹ ਅੱਜ ਪਤਾ ਨਹੀਂ ਬੜੇ ਬੈਰਾਗ 'ਚ ਕਹਿੰਦਾ ਗਿਆ ਕਛੋਟਾ ਲੱਦਾ ਫੇਰ। ਇਹਦਾ ਮਤਲਬ ਸੀ ਜਿਹੜੀ ਬੋਡੀ ਮੇਰੀ ਵਿਸ਼ਿਆ ਨੇ ਗਾਲ ਦਿੱਤੀ, ਮੇਰੇ ਗੁਰੂ ਨੇ ਫਿਰ ਦੇ ਦਿੱਤੀ। ਗਿਆ ਕਛੋਟਾ। ਤੇ ਇੱਕ ਦਿਨ ਇੰਨਾ ਕੁ ਬਿਰਾ ਵਿੱਚ ਆਇਆ, ਸੰਗਤ ਨੇ ਕਿਹਾ ਮਹਾਰਾਜ ਉਹ ਪ੍ਰੇਮਾ ਜਿਹੜਾ ਕੋੜੀ ਸੀ, ਉਹ ਬਹੁਤ ਬੈਰਾਗ 'ਚ ਰੋਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਮੇਹਰ ਦੇ ਘਰ 'ਚ ਆਏ, ਕਹਿਣ ਲੱਗੇ ਉਹਨੂੰ ਇਸ਼ਨਾਨ ਕਰਾ ਕੇ ਲਿਆਓ ਭੋਲੀ 'ਚੋਂ। ਇਸ਼ਨਾਨ ਕਰਾਇਆ, ਸੋਹਣੇ ਕੱਪੜੇ ਪਵਾਏ। ਗੁਰੂ ਅਮਰਦਾਸ ਨੇ ਰਹਿਮਤ ਭਰੀ ਨਦਰ ਕੀਤੀ। ਮੈਂ ਸਵੇਰੇ ਵੀ ਕਿਹਾ ਸੀ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਭਾਵੇਂ ਇਹ ਗੁਰੂ ਰਾਮਦਾਸ ਦੀ, ਪਰ ਸੱਚ ਇਹ ਵੇ ਕਿ ਗੁਰੂ ਅਮਰਦਾਸ ਦਾ ਦਰਸ਼ਨ ਇਹੋ ਜਿਹਾ ਸੀ, ਉਹ ਬਰਖਾਂ ਦੇ ਦੁੱਖ ਦੂਰ ਕਰਦੇ ਨੇ। ਮਹਾਰਾਜ ਜੀ ਨੇ ਕਿਹਾ ਇਸ਼ਨਾਨ ਕਰਾਓ, ਕਰਾਏ, ਕੱਪੜੇ ਪਵਾਏ। ਤੇ ਇਹ ਵੀ ਆਪ ਜੀ ਨੂੰ ਪਤਾ ਹੈ ਕਿ ਗੁਰੂ ਅਮਰਦਾਸ ਨੂੰ ਗੁਰਗੱਦੀ ਦਿੰਦਿਆਂ ਜਿਸ ਦਿਨ ਜੁਲਾਹੀ ਨੇ ਸ਼ਬਦ ਕਹੇ ਸਨ ਅਮਰੂ ਨਿਥਾਵਾਂ, ਤੇ ਧੰਨ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦੇ ਦਿਆ ਕਿਹਾ ਸੀ, 12 ਬਖਸ਼ਾਂ ਦੇ ਕੇ ਕਿਹਾ ਸੀ, ਜਿਹਦੀ ਕੋਈ ਥਾਂ ਨਹੀਂ ਹੋਵੇਗੀ ਉਹਦੀ ਥਾਂ ਤੂੰ ਹੋਵੇਗਾ। ਤੁਮ ਹੋ ਨਿਮਾਨਣ ਕੇ ਮਾਨ, ਤੁਮ ਹੋ ਨਿਤਾਨਣ ਕੇ ਤਾਨ, ਦੇਹੋ ਨਿਮਾਨਣ ਕੋ ਮਾਨ। ਨਿਓਟਿਆਂ ਦੀ ਓਟ, ਨਿਧਰਿਆਂ ਦੀ ਧਰਨ, ਧੀਰਿਆਂ ਦੀ ਧੀਰ, ਪੀਰਾਂ ਦੇ ਪੀਰ। ਦਿਆਲ ਗਈ ਬਹੋੜ, ਜਗਤ ਬੰਦੀ ਛੋੜ, ਭੰਨਣ ਘੜਨ ਸਮਰੱਥ, ਸਭ ਜੀਵ ਕਾ ਜਿਸ ਹੱਥ। ਮਹਾਰਾਜ ਨੇ ਇਸ਼ਨਾਨ ਕਰਾਇਆ। ਜਦੋਂ ਚਿਹਰਾ ਦੇਖਿਆ, ਸੱਚਮੁੱਚ ਇਹਦੇ ਅੱਖਾਂ 'ਚ ਸ਼ੁਕਰ ਦੇ ਅਥਰੂ ਸਨ। ਗੁਰੂ ਸਾਹਿਬ ਨੇ ਇੱਕ ਸ਼ਬਦ ਕਿਹਾ, ਸੁਣਿਓ ਪਤ ਤੂੰ ਉਦਾਹਰਨ ਪਾਰ ਬ੍ਰਹਮ। ਮੈਂ ਤਾਂ ਸਾਖੀ ਲੈ ਲਈ ਵੀ ਗੁਰੂ ਘਰ 'ਚ ਵੀ ਵਾਪਰਿਆ, ਆਪਾਂ ਕਹਾਂਗੇ ਗਨਕਾ ਦੀ ਪੁਰਾਣੀ ਉਦਾਹਰਨ। ਮਹਾਰਾਜ ਨੇ ਫਿਰ ਸੰਗਤ 'ਚ ਕਿਹਾ, ਕੋਈ ਹੈ ਸਿੱਖ ਜਿਹੜਾ ਆਪਣੀ ਧੀ ਦਾ ਰਿਸ਼ਤਾ ਪ੍ਰੇਮੇ ਲਈ ਦੇ ਦੇ? ਕੋਈ ਹੈ ਸਿੱਖ? ਉਸ ਵਕਤ ਕਹਿੰਦੇ ਨੇ ਭਾਈ ਸ਼ੀਆਂ ਜੀ ਬੈਠੇ ਸਨ,
ਜਦੋਂ ਮਹਾਰਾਜ ਨੇ ਦੂਜੀ ਵਾਰ ਆਵਾਜ਼ ਦਿੱਤੀ, ਉਹ ਗਲ 'ਚ ਪੱਲਾ ਪਾ ਕਹਿੰਦਾ ਮਹਾਰਾਜ ਮੇਰੀ ਧੀ ਮੱਥੋ ਦਾ ਰਿਸ਼ਤਾ ਮੈਂ ਕੀਤਾ। ਇਹ ਸ਼ਬਦ ਕਿਹਾ, ਮੈਂ ਆਪਣੀ ਧੀ ਆਪ ਜੀ ਦੇ ਚਰਨਾਂ 'ਚ ਸਮਰਪਿਤ, ਮੈਂ ਆਪ ਜੀ ਨੇ ਮੰਗਿਆ, ਮੈਂ ਰਿਸ਼ਤਾ ਦਿੱਤਾ। ਮਹਾਰਾਜ ਕਹਿੰਦੇ ਨੇ ਨਿਹਾਲ ਸਿੱਖਾ, ਘਰ ਵਾਲੀ ਥੋੜੀ ਜਿਹੀ ਸਖਤ ਸੀ, ਉਹ ਲੰਗਰ 'ਚ ਪਕਾਉਂਦੀ ਪਈ ਸੀ ਰੋਟੀਆਂ। ਕਿਸੇ ਨੇ ਜਾ ਕੇ ਕਹਿਤਾ ਤੂੰ ਰੋਟੀਆਂ ਪਕਾਈ ਜਾ, ਤੇਰੀ ਧੀ ਕੋੜੀ ਦੇ ਲੜ ਲਾਤੀ। ਸਾਰੇ ਇੱਕੋ ਜਿਹਾ ਥੋੜਾ ਹੁੰਦੇ ਨੇ ਸੰਗਤ 'ਚ। ਉਹ ਜੀ ਹੱਥ ਨਾਲ ਭਰੇ ਹੱਥ ਉੱਥੇ ਆ ਗਈ, ਉੱਚੀ ਉੱਚੀ ਬੋਲਣ ਲੱਗ ਪਈ, ਸਖਤ ਸੀ ਨਾ। ਤੇ ਇਹ ਵੀ ਰੱਬ ਦੀ ਖੇਡ ਹੁੰਦੀ ਹੈ, ਬੀਬੀਓ ਗੁੱਸਾ ਨਾ ਕਰਿਓ। ਕਈ ਵਾਰੀ ਫਿਰ ਇਹੋ ਜਿਹੀ ਸਖਤੀ ਪੱਲੇ ਪੈ ਜਾਂਦੀ, ਬੰਦਾ ਭਾਣਾ ਕਰਕੇ ਸਾਰੀ ਜ਼ਿੰਦਗੀ ਮੰਨੀ ਜਾਂਦਾ। ਕਹਿੰਦਾ ਕੋਈ ਨਹੀਂ ਰੱਬਾ, ਭਾਣਾ ਹੀ ਮੰਨੀਏ ਹੁਣ। ਸੁਕਰਾਤ ਦੇ ਨਾਲ ਇਹ ਸੀ ਜੀ। ਕਈ ਵਾਰੀ ਬੰਦੇ ਵੀ ਇਹੋ ਜਿਹੇ ਹੁੰਦੇ ਨੇ, ਵਿਚਾਰੀਆਂ ਬੀਬੀਆਂ ਕਹਿੰਦੀਆਂ ਹੁਣ ਤੇ ਰੱਬਾ ਖੈਰ ਹੀ ਕਰੀ। ਉਹ ਸੁਕਰਾਤ ਜਦੋਂ ਕਿਤੇ, ਤੁਹਾਨੂੰ ਪਤਾ ਜਦੋਂ ਗਿਆਨ ਦੀ ਗੱਲ ਕਰਦੇ ਉਹ ਗਾਲਾਂ ਕੱਢਦੀ ਸੀ, ਰੱਜ ਕੇ ਉਹਨੇ ਗਾਲਾਂ ਕੱਢਣੀਆਂ। ਇੱਕ ਦਿਨ ਕੀ ਹੋਇਆ, ਇੰਨੀ ਗੁੱਸੇ 'ਚ ਆਈ, ਭਾਂਡੇ ਵਾਲਾ ਧੋਤੇ ਹੱਥ, ਮਾਂਜੇ ਭਾਂਡੇ, ਪਾਣੀ ਮੈਲਾ ਸੁਕਰਾਤ ਦੇ ਸਿਰ 'ਚ ਠਾਹ ਮਾਰਿਆ, ਸਾਰਾ ਭਿਉਂ ਦਿੱਤਾ। ਏਡਾ ਵੱਡਾ ਦਾਰਸ਼ਨਿਕ ਕੋਲ ਬੈਠੇ ਲੋਕਾਂ ਕਿਹਾ ਬੜੀ ਬੇਇੱਜ਼ਤੀ। ਉਹ ਕਹਿੰਦਾ ਨਹੀਂ ਅੱਜ ਮੇਰੀ ਘਰ ਵਾਲੀ ਨੇ ਉਦਾਹਰਨ ਬਦਲ ਦਿੱਤੀ ਹੈ, ਕਹਾਵਤ ਬਦਲ ਦਿੱਤੀ। ਉਹਨਾਂ ਕਿਹਾ ਕਿਉਂ? ਕਹਿੰਦੇ ਸਾਰੇ ਲੋਕ ਕਹਿੰਦੇ ਜੋ ਗਰਜਤੇ ਹੈ ਉਹ ਬਰਸਤੇ ਨਹੀਂ, ਅੱਜ ਬਰਸ ਵੀ ਗਈ ਹੈ। ਬੰਦਾ ਸਿਆਣਾ ਸੀ ਨਾ, ਉਹਨੇ ਕਿਹਾ ਮੈਂ ਆਪਣੀ ਜ਼ਿੰਦਗੀ ਕਿਉਂ ਤਬਾਹ ਕਰਾਂ। ਉਹ ਆਈ ਜੀ ਹਟੋਂ, ਕਹਿੰਦੀ ਮਹਾਰਾਜ ਇਹ ਕੀ ਕੀਤਾ? ਮੇਰੀ ਧੀ ਲਾਡਾਂ ਨਾਲ ਪਾਲੀ, ਕੋੜੀ ਦੇ ਲੜ। ਮਹਾਰਾਜ ਜੀ ਨੇ ਉੱਥੇ ਫਿਰ ਨਾਂ ਦਿੱਤਾ, ਕਹਿਣ ਲੱਗੇ ਪ੍ਰੇਮਾ ਥੋੜਾ ਤੇ ਮੁਰਾਰੀ ਬਣ ਗਿਆ। ਕ੍ਰਿਸ਼ਨ ਜੀ ਭਾਵੇਂ ਸਾਂਵਲੇ ਸਨ, ਪਰ ਉਹਨਾਂ ਦੇ ਸਾਂਵਲੇ ਰੰਗ ਦਾ ਸੁਹੱਪਣ ਵੀ ਬੰਨਿਆ ਗਿਆ। ਸਾਵਲ ਸੁੰਦਰ ਰਾਮਈਆ, ਸ਼ਾਮ ਸੁੰਦਰ ਕਿਹਾ, ਕਹਿੰਦੇ ਇਹ ਮੁਰਾਰੀ ਬਣ ਗਿਆ, ਪ੍ਰੇਮਾ ਨਹੀਂ ਮੁਰਾਰੀ ਹੈ। ਉਹਦਾ ਗੁੱਸਾ ਥੋੜਾ ਟਲਿਆ, ਪਰ ਕਹਿੰਦੀ ਕਿਹਦੇ ਲੜ ਲਾਤਾ? ਇਹਦਾ ਮਾਂ ਪਿਓ ਕੀ, ਇਹਦਾ ਘਰਾਣਾ ਕੀ, ਇਹ ਕੀ ਕਰੇਗਾ? ਮਹਾਰਾਜ ਨੇ ਉੱਥੇ ਭਰੀ ਸੰਗਤ 'ਚ ਕਿਹਾ ਇਹਦੇ ਮਾਂ ਪਿਓ ਦਾ ਨਾਂ ਅਮਰਦਾਸ ਹੈ, ਇਹਦੀ ਜਾਤ ਸੰਗਤ ਹੈ, ਇਹਦੀ ਬਰਾਦਰੀ ਸੰਗਤ ਹੈ। ਤੂੰ ਕਹਿੰਦੀ ਕਰੇਗਾ ਕੀ? ਸਮਾਂ ਆਏਗਾ ਇਹਨਾਂ ਦੋਵਾਂ ਜੀਆਂ ਨੂੰ ਮੰਜੀ ਦਿਆਂਗਾ ਜਿਨ੍ਹਾਂ ਲੋਕਾਂ ਦੇ ਅੰਦਰ ਪਤਤ ਹੋ ਗਏ ਨੇ, ਉਪਦੇਸ਼ ਕਰਕੇ ਉਹਨਾਂ ਦੀਆਂ ਸੁਰਤਾਂ ਪਵਿੱਤਰ ਕਰ ਦੇਗਾ। ਵਿਆਹ ਕਰਕੇ 22 ਮੰਜੀਆਂ ਵਿੱਚੋਂ ਇੱਕ ਮੰਜੀ ਮੱਥੋ ਤੇ ਮੁਰਾਰੀ ਨੂੰ ਦਿੱਤੀ ਗਈ। ਮੈਂ ਸਿਰਫ ਇਸ ਕਰਕੇ ਉਦਾਹਰਨ ਲਈ, ਗੁਰਮੁਖੋ ਜਿਸ ਦਾ ਕੋਈ ਸਹਾਰਾ ਨਹੀਂ ਰਹਿੰਦਾ, ਬਾਬਾ ਜੀ ਕਹਿੰਦੇ ਨੇ ਪਤਤ ਉਦਾਹਰਨ ਪਾਰ ਬ੍ਰਹਮ, ਪਾਪੀਆਂ ਨੂੰ ਸੱਚੀ ਮੁੱਚੀ ਪਵਿੱਤਰ ਕਰ ਦਿੰਦਾ। ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਜਿਸ ਕੋ ਨੀਚ को कोई ना जाने, नाम जपत ओ चौं कुंट माने। पतत उदाहरण पार ब्रह्म, ਸਮਰੱਥ ਪੁਰਖ, ਸਮਰੱਥ ਪੁਰਖ, ਅਕਾਲ ਪੁਰਖ, ਹਰ ਕੁਝ ਕਰਨ ਦੇ ਸਮਰੱਥ। ਇਹ ਸਤਿਗੁਰੂ ਨੇ ਤਾਂ ਸ਼ਬਦ ਪਾਏ ਨੇ ਕਿ ਜਿਹੜੇ ਲੋਕ ਕਹਿੰਦੇ 1224 ਖਾ ਕੇ ਬਿੱਲੀ ਅੱਜ ਨੂੰ ਚੱਲੀ, ਬਾਬਾ ਜੀ ਨੇ ਕਿਹਾ ਗਈ ਅੱਜ ਨੂੰ, ਕਿਉਂਕਿ ਜਿਹਨੇ ਪਵਿੱਤਰ ਕੀਤਾ ਉਹ ਸਮਰੱਥ ਹੈ, ਉਹ ਲੇਖੇ ਪਾੜ ਦਿੰਦਾ ਹੈ। ਸਮਰੱਥ, ਇੰਨਾ ਸਮਰੱਥ ਜੋ ਕੁਝ ਸੋਚ ਨਹੀਂ ਸਕਦੇ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ ਸਮਰੱਥ ਹੈ। ਛੀਆਂ ਬਾਜਾਂ ਚਰਗਾਂ ਕੂਈਆਂ, ਇਹਨਾਂ ਖਵਾਲੇ ਕਾ, ਸਾਰੇ ਮਾਸ ਖਾਂਦੇ ਨੇ, ਮਾਸ ਕਾ ਖਾਨ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾ, ਕੀੜਾ ਥਾਪ ਦੇ, ਪਾਤਸ਼ਾਹੀ ਲਸ਼ਕਰ ਕਰੇ ਸੁਭਾਅ। ਵਜੀਦਾ ਕਹਿੰਦਾ ਇਕਨਾਂ ਦੇ ਕਰ ਪੁੱਤ, ਪੁੱਤਾਂ ਕਰ ਪੋਤਰੇ। ਵੈਗਰੂ ਇਹ ਉਹਦੀ ਤਰਜ਼ ਤੇ ਬਣਾਇਆ, ਉਹਦਾ ਨਹੀਂ। ਇਕਨਾਂ ਦੇ ਕਰ ਪੁੱਤ, ਪੁੱਤਾਂ ਕਰ ਪੋਤਰੇ, ਇਕਨਾਂ ਦੇ ਕਰ ਧੀਆਂ, ਧੀਆਂ ਕਰ ਦੋਤਰੇ, ਇਕਨਾਂ ਦਾ ਇੱਕ ਤੇ ਉਹ ਵੀ ਜਾਏ ਮਾਰ ਵਜੀਦਿਆ, ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ। ਉਹ ਸਭ ਕੁਝ ਕਰ ਸਕਦਾ ਜੀ। ਡੁੱਬਦੇ ਤਾਰ ਸਕਦਾ, ਤਾਰਦਿਆਂ ਨੂੰ ਡੁੱਬ ਸਕਦਾ, ਡੁੱਬ ਸਕਦਾ। ਸੁੱਕਿਆਂ ਨੂੰ ਹਰੇ ਕਰ ਦਿੰਦਾ, ਹਰਿਆਂ ਨੂੰ ਸੁਕਾ ਦਿੰਦਾ, ਵਿਦਵਾਨਾਂ ਨੂੰ ਮੂਰਖ ਬਣਾ ਦਿੰਦਾ, ਮੂਰਖਾਂ ਨੂੰ ਵਿਦਵਾਨ ਬਣਾ ਦਿੰਦਾ ਹੈ। ਸਮਰੱਥ ਪੁਰਖ ਅਪਾਰ। ਪਰ ਗੁਰੂ ਸਾਹਿਬ ਕਹਿੰਦੇ ਪਤਾ ਕਿਵੇਂ ਤਰਦੇ ਨੇ? ਜਿਸ ਹੈ ਉਧਾਰ ਹੈ, ਜਿਸ ਨੂੰ ਉਧਾਰੇ ਨਾਨਕਾ, ਸੋ ਸਿਮਰੇ ਸਿਰਜਣਹਾਰ। ਜਿਹਨੂੰ ਤੁਸੀਂ ਜਿਹਦਾ ਉਧਾਰ ਕਰਨਾ, ਉਹ ਸਿਰਜਣਹਾਰ ਪਰਮਾਤਮਾ ਨੂੰ ਸਿਮਰਦਾ ਹੈ, ਉਹਦਾ ਯਾਦ ਕਰਦਾ ਹੈ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਪਤ ਤੂੰ ਉਦਾਹਰਨ, ਭੈ ਹਰਨ ਹਰ ਅਨਾਥ ਕੇ ਨਾਥ। ਕਹੋ ਨਾਨਕ ਤੇ ਜਾਨੀਐ ਸਦਾ ਬਸਤ
ਤੁਮ ਸਾਥ ਤੇਰੇ ਨਾਲ ਰਹਿੰਦਾ ਹੈ, ਪਾਪੀਆਂ ਨੂੰ ਪਵਿੱਤਰ ਕਰਦਾ ਹੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ।